स्वागत पंजाब वन टीवी देख रहे सारे दर्शकों का मैं मेघा प्रोग्राम आरोग जीवन दे विच स्वागत करदी हां। अपनिਆਂ ਦੀ खुशी ਲਈ ਜ਼ਰੂਰੀ है कि ਅਸੀਂ आप खुश रहिए। अपनिਆਂ ਦੀ खुशी ਲਈ ਜ਼ਰੂਰੀ है कि अपनी सेहत का ध्यान रखिए, चुस्त रहिए, तंदुरुस्त रहिए, ਤਾਂ ਹੀ ਅਸੀਂ हर समस्या का समाधान ਲੱਭ ਸਕਦੇ ਹਾਂ, हर समस्या का सामना कर सकते हैं। तो चुस्त ते तंदुरुस्त रहने ਲਈ बहुत ज़रूरी है कि ध्यान रखिए कि ਅਸੀਂ ਕੀ ਖਾਣਾ है ਤੇ ਕੀ नहीं खाना। तो इसी बारे गलबात करने ਲਈ ਅਸੀਂ पंजाब वन टीवी के स्टूडियो ਦੇ ਵਿੱਚ खास तौर ਤੇ ਸੱਦਾ ਦਿੱਤਾ है डाइटिशियन मनदीप कौर जी ਨੂੰ। डाइटिशियन मनदीप कौर जी का लगभग 12 साल तो ਵੱਧ ਦਾ तजुर्बा है तो डबल गोल्ड मैडलिस्ट ने। बहुत बहुत इन्हां दा पंजाब वन टीवी के स्टूडियो दे विच स्वागत करते हैं। थैंक यू सो मच जी। प्रोग्राम की शुरुआत करते हैं तो सब तो पहला इन्हां तो यही जानते हैं कि बैलेंस डाइट की है। मेघा जी तुसी बहुत ही अच्छा सवाल पूछा। बैलेंस डाइट की है? बैलेंस डाइट वो डाइट है ਜਿਹਦੇ ਵਿੱਚ ਕਿ ਸਾਨੂੰ ਸਾਰੇ ਜ਼ਰੂਰੀ ਤੱਤਵ ਜਿਹੜੇ ਸਾਡੀ ਬੋਡੀ ਨੂੰ ਜ਼ਰੂਰੀ ਹਨ ਉਹ ਮਿਲਦੇ ਹਨ, ਜਿਵੇਂ ਕਿ ਕਾਰਬੋਹਾਈਡਰੇਟਸ ਹੋ ਗਏ, ਪ੍ਰੋਟੀਨ ਹੋ ਗਏ, ਹੈਲਦੀ ਫੈਟਸ ਹੋ ਗਏ। ਔਰ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਕਿ ਬੈਲੈਂਸ ਡਾਈਟ ਕੀ ਹੈ, ਪਰ ਅਸੀਂ ਕਿ ਬੈਲੈਂਸ ਡਾਈਟ ਉਹ ਲੈ ਰਹੇ ਹਾਂ? ਨਹੀਂ, ਅਸੀਂ ਬੈਲੈਂਸ ਡਾਈਟ ਨਹੀਂ ਲੈ ਰਹੇ। ਈਵਨ ਮੇਰੇ ਕੋਲ ਪੇਸ਼ੈਂਟਸ ਵੀ ਆਉਂਦੇ ਨੇ, ਜੇ ਉਹਨਾਂ ਨੂੰ ਪੁੱਛੀਏ ਤਾਂ ਅਗਰ ਉਹਨਾਂ ਨੂੰ ਪੁੱਛੇ ਤੁਸੀਂ ਬ੍ਰੇਕਫਾਸਟ ਵਿੱਚ ਕੀ ਲੈ ਰਹੇ ਹੋ ਤਾਂ ਕਹੋਗੇ ਸਾਡੀ ਡਾਈਟ ਤਾਂ ਬਹੁਤ ਬੈਲੈਂਸਡ ਹੈ ਮੈਮ, ਅਸੀਂ ਤਾਂ ਹੈਲਦੀ ਡਾਈਟ ਲੈ ਰਹੇ ਹਾਂ। ਅਗਰ ਪੁੱਛਿਆ ਜਾਏ ਤਾਂ ਕੀ ਖਾ ਰਹੇ ਹੋ, ਉਹੀ ਬੋਲਦੇ ਨੇ ਮੈਮ ਮੈਂ 2 ਫੁਲਕੇ, ਸਾਦੇ ਫੁਲਕੇ ਔਰ ਨਾਲ ਸਬਜ਼ੀ ਲੈ ਰਹੇ ਹਾਂ ਔਰ ਨਾਲ ਇੱਕ ਚਾਹ ਦਾ ਕੱਪ, ਔਰ ਇਸ ਨੂੰ ਅਸੀਂ ਬੈਲੈਂਸ ਡਾਈਟ ਕਹਿੰਦੇ ਹਾਂ? ਨਹੀਂ, ਬੈਲੈਂਸ ਡਾਈਟ ਉਹ ਹੈ ਜਿਹਦੇ ਵਿੱਚ ਕਿ ਸਾਰੇ ਆਪਣੇ ਤੱਤਵ, ਜ਼ਰੂਰੀ ਤੱਤਵ ਜਿੱਦਾਂ ਪ੍ਰੋਟੀਨ ਹੋ ਗਿਆ, ਪ੍ਰੋਟੀਨ ਵਿੱਚ ਜਿੱਦਾਂ ਆਪਣੀ ਕਾਲੇ ਚਨੇ ਹੋ ਗਏ, ਦੈਨ ਆਪਣੇ ਸੋਇਆ ਪਨੀਰ ਹੋ ਗਿਆ, ਐਗਸ ਹੋ ਗਏ, ਦੈਨ ਕਾਰਬੋਹਾਈਡਰੇਟਸ ਵਿੱਚ ਕੋਈ ਇੱਕ ਰੋਟੀ ਹੋ ਗਈ, ਨਾਲ ਤੁਸੀਂ ਫਾਈਬਰ ਜ਼ਰੂਰ ਐਡ ਕਰਨਾ ਡਾਈਟ ਵਿੱਚ। ਸੂਬੇ ਦੀ ਡਾਈਟ ਵਿੱਚ ਵੀ ਫਾਈਬਰ ਹੋਣਾ ਚਾਹੀਦਾ। ਬੇਸਿਕਲੀ ਅਸੀਂ ਗਲਤੀ ਕੀ ਕਰਦੇ ਹਾਂ ਕਿ ਆਪਾਂ ਫਾਈਬਰ ਲੈਂਦੇ ਹੀ ਨਹੀਂ ਹਾਂ। ਅਸੀਂ ਸੋਚਦੇ ਹਾਂ ਕਿ ਸਵੇਰ ਦਾ ਬ੍ਰੇਕਫਾਸਟ ਹੈਗਾ ਤੇ ਲਾਈਟ ਜਿਹਾ ਕਰ ਲਓ, ਹਲਕਾ ਜਿਹਾ ਕਰ ਲਓ, ਔਰ ਲੋਕ ਕੀ ਕਰਦੇ ਨੇ ਕਿ ਚਾਹ ਦੇ ਨਾਲ ਰਸ ਲੈ ਕਿ ਅਸੀਂ ਬਹੁਤ ਲਾਈਟ ਬ੍ਰੇਕਫਾਸਟ ਕਰ ਲਿਆ, ਹੈਲਦੀ ਬ੍ਰੇਕਫਾਸਟ ਹੋ ਗਿਆ। ਡੈਟ ਇਜ਼ ਨਾਟ ਅ ਹੈਲਦੀ ਬ੍ਰੇਕਫਾਸਟ। ਬੇਸਿਕਲੀ ਕੀ ਹੈ ਕਿ ਸਾਨੂੰ ਬੈਲੈਂਸ ਮਤਲਬ ਕਿ ਸਾਰੇ ਪੋਰਸ਼ਨਸ ਉਹਦੇ ਵਿੱਚ ਹੋਣ, ਜਿਵੇਂ ਕਿ ਫਰੂਟਸ ਹੋ ਗਏ, ਵੈਜੀਟੇਬਲਸ ਹੋ ਗਏ। ਮੈਂ ਜ਼ਰੂਰੀ ਨਹੀਂ ਕਹਿੰਦੀ ਕਿ ਸਵੇਰੇ ਖੀਰਾ ਕੱਟ ਕੇ ਖਾਣਾ ਹੈ, ਤੁਸੀਂ ਇੱਕ ਜੂਸ ਦਾ ਗਲਾਸ ਲੈ ਸਕਦੇ ਹੋ, ਜਾਂ ਸਵੇਰੇ ਉੱਠਦੇ ਸਾਰੇ ਕੋਈ ਜਾਂ ਟੋਮੈਟੋ ਜੂਸ ਹੋ ਗਿਆ ਜਾਂ ਟੋਮੈਟੋ ਆਪਣਾ ਵੈਜੀਟੇਬਲ ਜੂਸ ਹੋ ਗਿਆ, ਉਹ ਤੁਸੀਂ ਲੈ ਸਕਦੇ ਹੋ। ਜੀ ਜੀ ਬਿਲਕੁਲ ਠੀਕ ਹੈ। ਤੁਸੀਂ ਪ੍ਰੋਟੀਨ ਦੀ ਗੱਲ ਕੀਤੀ ਹੈ ਨਾ ਵਿੱਚ, ਪ੍ਰੋਟੀਨ ਸਾਡੀ ਬੋਡੀ ਦੇ ਵਿੱਚ ਕੀ ਕੰਮ ਕਰਦਾ ਹੈ ਤੇ ਕਿਉਂ ਜ਼ਰੂਰੀ ਹੈ, ਤੇ ਕਿਹੜੇ ਸੋਰਸ ਨੇ ਜਿੱਥੋਂ ਸਾਨੂੰ ਅੱਛਾ ਪ੍ਰੋਟੀਨ ਮਿਲ ਸਕਦਾ? ਪ੍ਰੋਟੀਨ ਇੱਕ ਮੈਕਰੋ ਨਿਊਟ੍ਰੀਐਂਟ ਹੈ, ਮਤਲਬ ਕਿ ਸਾਡੀ ਬੋਡੀ ਨੂੰ ਉਹ ਬਹੁਤ ਜ਼ਿਆਦਾ ਅਮਾਊਂਟ ਵਿੱਚ ਚਾਹੀਦਾ ਹੁੰਦਾ ਹੈ। ਔਰ ਜਿੰਨੀ ਵੀ ਸਾਡੀ ਬੋਡੀ ਦੀ ਸੈੱਲ ਰਿਪੇਅਰ ਹੈ, ਜਨਰੇਸ਼ਨ ਹੈ, ਮਜ਼ਲ ਬਿਲਡਿੰਗ ਹੈਗੀ ਹੈ, ਟਿਸ਼ੂਜ਼ ਦੀ ਰਿਪੇਅਰ ਹੈਗੀ ਹੈ, ਉਹ ਕੀ ਹੈ ਪ੍ਰੋਟੀਨ ਦੇ ਥਰੂ ਹੀ ਹੁੰਦੀ ਹੈ। ਜੀ ਹੁਣ ਅਗਰ ਆਪਾਂ ਡਾਕਟਰ ਕੋਲ ਜਾਈਏ, ਆਪਣਾ ਹੇਅਰ ਫਾਲ ਹੋ ਰਿਹਾ ਹੈ ਤੇ ਬੋਲਦੇ ਨੇ ਕਿ ਹਾਈ ਪ੍ਰੋਟੀਨ ਡਾਈਟ ਲਓ, ਕੋਈ ਡਾਇਬਟਿਕ ਪੇਸ਼ੈਂਟ ਹੈ ਤਾਂ ਬੋਲਦੇ ਹਾਈ ਪ੍ਰੋਟੀਨ ਡਾਈਟ ਲਓ, ਤੁਹਾਡਾ ਸਕਿਨ ਪ੍ਰੋਬਲਮ ਹੈ, ਸਕਿਨ ਇਸ਼ੂਜ਼ ਹੈ ਤਾਂ ਕਹਿੰਦੇ ਕਿ ਹਾਈ ਪ੍ਰੋਟੀਨ ਡਾਈਟ ਲਓ। ਤਾਂ ਬੇਸਿਕਲੀ ਹਾਈ ਪ੍ਰੋਟੀਨ ਡਾਈਟ ਦਾ ਮਤਲਬ ਹੈ ਕਿ ਤੁਸੀਂ ਪ੍ਰੋਟੀਨ ਕਿੱਦਾਂ ਇਨਕੋਰਪੋਰੇਟ ਕਰਨਾ ਹੈ ਡਾਈਟ 'ਚ। ਤਾਂ ਕੀ ਹੁੰਦਾ ਕਿ ਜਿਵੇਂ ਜਿਹੜੇ ਨੋਨ ਵੈਜੀਟੇਰੀਅਨ ਪੀਪਲ ਹੈ ਉਹ ਸੋਚਦੇ ਕਿ ਅਸੀਂ ਬਹੁਤ ਜ਼ਿਆਦਾ ਪ੍ਰੋਟੀਨ ਲੈ ਰਹੇ ਹਾਂ, ਜਿਹੜੇ ਵੈਜੀਟੇਰੀਅਨ ਆ ਉਹ ਸੋਚਦੇ ਕਿ ਅਸੀਂ ਪ੍ਰੋਟੀਨ ਬਿਲਕੁਲ ਨਹੀਂ ਲੈ ਰਹੇ, ਬਟ ਡੈਟ ਇਜ਼ ਅ ਮਿਥ। ਇਹ ਇੱਕ ਮਿਥ ਹੈ। ਕਿਉਂਕਿ ਜਿਹੜੇ ਵੈਜੀਟੇਰੀਅਨ ਲੋਕ ਹੈਗੇ ਉਹਨਾਂ ਦੀ ਜਿਹੜੇ ਹੈਗੇ ਆ ਵੈਜੀਟੇਰੀਅਨ ਸੋਰਸਿਸ, ਉਹਦੇ ਵਿੱਚ ਵੀ ਬਹੁਤ ਪ੍ਰੋਟੀਨ ਹੈ। ਇੱਕ ਐਨੀਮਲ ਪ੍ਰੋਟੀਨ ਹੁੰਦਾ ਜਿਹੜਾ ਸਾਨੂੰ ਐਨੀਮਲਸ ਤੋਂ ਮਿਲਦਾ, ਜਿਵੇਂ ਐਗ ਹੋ ਗਿਆ, ਚਿਕਨ ਹੋ ਗਿਆ, ਫਿਸ਼ ਹੋ ਗਈ। ਇੱਕ ਪਲਾਂਟ ਬੇਸਡ ਪ੍ਰੋਟੀਨ ਹੁੰਦਾ, ਉਹ ਕੀ ਹੋ ਗਿਆ ਜਿੱਦਾਂ ਪਲਾਂਟ ਬੇਸਡ ਪ੍ਰੋਟੀਨ ਵਿੱਚ ਚਨੇ ਹੋ ਗਏ, ਜਿਹੜੀਆਂ ਆਪਾਂ ਸਾਬੁਤ ਦਾਲਾਂ ਖਾਂਦੇ ਹੈਗੇ ਆ, ਸੋਇਆ ਹੋ ਗਿਆ, ਇਹ ਸਾਰਾ ਕੀ ਹੈ ਆਪਣਾ ਪਲਾਂਟ ਬੇਸਡ ਪ੍ਰੋਟੀਨ ਆ ਜਾਂਦਾ। ਅਤੇ ਅਗਰ ਮੈਂ ਦੇਖਾਂ ਕਿ ਇੱਕ ਐਗ ਹੈਗਾ, ਉਹਦੇ ਵਿੱਚ 5 ਤੋਂ 6 ਗ੍ਰਾਮ ਪ੍ਰੋਟੀਨ ਹੈਗਾ। ਜਿਹੜਾ ਐਗ ਹੈ ਉਹ 50 ਤੋਂ 60 ਗ੍ਰਾਮ ਦਾ, ਲਾਈਕ ਡਿਪੈਂਡਿੰਗ ਔਨ ਦਾ ਸਾਈਜ਼, ਕਿ ਅਗਰ ਛੋਟੇ ਸਾਈਜ਼ ਦਾ ਹੈਗਾ ਤਾਂ ਉਹਦੇ 'ਚ 5 ਤੋਂ 6 ਗ੍ਰਾਮ ਪ੍ਰੋਟੀਨ ਹੈਗਾ। ਅਗਰ ਮੈਂ ਉਹੀ ਸੋਇਆ ਪਨੀਰ ਦੀ ਗੱਲ ਕਰਾਂ ਜਾਂ ਟੋਫੂ ਦੀ ਗੱਲ ਕਰਾਂ, ਜਿਹੜਾ ਕਿ ਵੈਜੀਟੇਰੀਅਨ ਸੋਰਸ ਹੈਗਾ, ਉਹਦੇ ਵਿੱਚ ਸਾਨੂੰ 16 ਤੋਂ 18 ਗ੍ਰਾਮ ਪ੍ਰੋਟੀਨ ਮਿਲ ਜਾਂਦਾ ਹੈ। ਹੁਣ ਆਪਣੀ ਜਿਹੜੀ ਬੋਡੀ ਹੈ ਉਹਦੀ ਰਿਕੁਆਇਰਮੈਂਟ ਕੀ ਹੈਗੀ ਹੈ? ਜਿਹੜੀ ਆਪਣੀ ਬੋਡੀ ਹੈ ਉਹਦੀ ਪ੍ਰੋਟੀਨ ਦੀ ਰਿਕੁਆਇਰਮੈਂਟ ਅਕੋਰਡਿੰਗ ਟੂ ਬੋਡੀ ਵੇਟ ਹੁੰਦੀ ਹੈ 0.8 ਗ੍ਰਾਮ ਪਰ ਕੇਜੀ ਬੋਡੀ ਵੇਟ। ਅੱਛਾ, 0.8 ਗ੍ਰਾਮ ਪਰ ਕੇਜੀ ਬੋਡੀ ਵੇਟ ਹੋਣਾ ਚਾਹੀਦਾ। ਜਿਵੇਂ ਕਿ ਤੁਹਾਡਾ ਬੋਡੀ ਵੇਟ ਅਗਰ 60 ਹੈ ਤਾਂ ਤੁਸੀਂ ਉਹਨੂੰ 0.8 ਨਾਲ ਮਲਟੀਪਲਾਈ ਕਰ ਲਓ। ਜਿੰਨੀ ਵੀ ਰਿਕੁਆਇਰਮੈਂਟ ਆਉਂਦੀ ਹੈ, 60 ਗ੍ਰਾਮ ਆਉਂਦੀ ਹੈ, 66 ਆਉਂਦੀ ਹੈ, 80 ਆਉਂਦੀ ਹੈ, ਡੈਟ ਇਜ਼ ਯੋਰ ਪ੍ਰੋਟੀਨ ਰਿਕੁਆਇਰਮੈਂਟ। ਹੁਣ ਕੀ ਹੈ ਕਿ ਵੈਸੇ ਤਾਂ 0.8 ਗ੍ਰਾਮ ਦੀ ਰਿਕੁਆਇਰਮੈਂਟ ਹੁੰਦੀ, ਪਰ ਕਈ ਹੈਵੀ ਵਰਕਰਸ ਹੁੰਦੇ ਆ ਜਾਂ ਜਿਮ ਲਵਰਸ ਹੁੰਦੇ ਆ ਜਿਹੜੇ ਜਿਮ ਜਾਂਦੇ ਨੇ, ਉਹਨਾਂ ਨੂੰ ਕੀ ਜਿਹੜਾ ਪ੍ਰੋਟੀਨ ਹੈ ਉਹ ਥੋੜ੍ਹਾ ਜ਼ਿਆਦਾ ਅਮਾਊਂਟ ਚਾਹੀਦਾ ਹੁੰਦਾ, ਜਾਂ ਐਥਲੀਟ ਅਸੀਂ ਕਹਿ ਦਈਏ ਉਹਨਾਂ ਨੂੰ, ਸਪੋਰਟਸਮੈਨ ਹੋ ਗਏ, ਉਹਨਾਂ ਨੂੰ 1.2 ਤੋਂ 1.6
ਤੇ ਅਗਰ ਬੇਸਿਕਲੀ ਮੈਂ ਦੇਖਾਂ ਜਿਹੜੀ ਨੋਰਮਲ ਪ੍ਰੋਟੀਨ ਰਿਕੁਆਇਰਮੈਂਟ ਹੈ ਹਰ ਇੱਕ ਬੰਦੇ ਦੀ, ਉਹ 60 ਤੋਂ 80 ਗ੍ਰਾਮ ਦੇ ਵਿੱਚ ਆਉਂਦੀ ਹੈ ਜੀ। ਤਾਂ ਪਹਿਲਾਂ ਮੈਂ ਐਗ ਦੀ ਗੱਲ ਕੀਤੀ ਸੀ ਕਿ ਉਹਦੇ ਚ 5 ਤੋਂ 6 ਗ੍ਰਾਮ ਪ੍ਰੋਟੀਨ ਹੈ, ਤੇ 100 ਗ੍ਰਾਮ ਸੋਇਆ ਪਨੀਰ ਵਿੱਚ 18 ਗ੍ਰਾਮ ਪ੍ਰੋਟੀਨ ਹੈ। ਹੁਣ ਤੁਸੀਂ ਦੇਖੋ ਕਿ ਅਸੀਂ ਆਪਾਂ ਇਹਨੂੰ ਡਿਵਾਈਡ ਕਿਵੇਂ ਕਰਨਾ। ਜੇ ਤੁਸੀਂ ਬ੍ਰੇਕਫਾਸਟ ਆਪਾਂ 3 ਹੋਲ ਐਗ ਲੈ ਰਹੇ ਹਾਂ ਜਾਂ 4 ਹੋਲ ਐਗ ਲੈ ਰਹੇ ਹਾਂ, ਤਾਂ ਸਾਡੀ ਸਵੇਰ ਦੀ ਜਿਹੜੀ ਰਿਕੁਆਇਰਮੈਂਟ ਹੈ 15 ਤੋਂ 20 ਗ੍ਰਾਮ ਪ੍ਰੋਟੀਨ ਦੀ, ਉਹ ਪੂਰੀ ਹੋ ਰਹੀ ਹੈ ਜੀ। ਠੀਕ ਹੈ। ਔਰ ਬੇਸਿਕਲੀ ਆਪਾਂ ਗਲਤੀ ਕੀ ਕਰਦੇ ਕਿ ਆਪਾਂ ਨੂੰ ਰਾਫ ਫਾਰਮ 'ਚ ਪ੍ਰੋਟੀਨ ਲੈਣਾ ਚਾਹੀਦਾ, ਜਿਵੇਂ ਕਿ ਬੋਇਲ ਦਾਲਾਂ ਹੋ ਗਈਆਂ, ਸਪਰਾਊਟਸ ਬਣਾ ਲਓ, ਵਾਈਟ ਚਨਾ ਦੀ ਚਾਟ ਬਣਾ ਲਓ, ਬਲੈਕ ਚਨੇ ਦੀ ਚਾਟ ਬਣਾ ਲਓ। ਇਹ ਕੀ ਹੈ, ਰॉ ਪ੍ਰੋਟੀਨ ਆ ਜਾਂਦਾ ਥੋੜਾ, ਕਿ ਉਹਦੇ ਵਿੱਚ ਜ਼ਿਆਦਾ ਸਾਨੂੰ ਲਾਈਕ ਰਾਤ ਨੂੰ ਸੋਕ ਕਰ ਦਿੱਤਾ ਔਰ ਸਵੇਰੇ ਉਹਨੂੰ ਬੋਇਲ ਕਰਕੇ ਲੈ ਲਿਆ। ਠੀਕ ਹੈ। ਔਰ ਕੀ ਗੱਲ ਹੈ ਕਿ ਜਿੱਦਾਂ ਹੁਣ ਬੇਸਿਕਲੀ ਪੰਜਾਬ 'ਚ ਕੀ ਹੁੰਦਾ ਕਿ ਆਪਾਂ ਤੜਕੇ ਬਹੁਤ ਲਗਾਉਂਦੇ ਹਾਂ। ਬਿਲਕੁਲ। ਤੇ ਉਹਦੇ ਵਿੱਚ ਕੀ ਹੁੰਦਾ ਕਿ 1 ਘੰਟਾ ਆਪਾਂ ਦਾਲ ਬੋਇਲ ਕਰ ਰਹੇ ਹਾਂ, ਫਿਰ ਆਪਾਂ ਉਹਨੂੰ ਤੜਕਾ ਲਗਾ ਰਹੇ ਹਾਂ, ਫਿਰ ਅੱਧਾ ਘੰਟਾ ਗੈਸ ਤੇ ਰੱਖੀ ਹੋਈ, ਮਤਲਬ 1.5 ਘੰਟੇ ਵਿੱਚ ਉਹਦਾ ਪ੍ਰੋਟੀਨ ਜਿਹੜਾ ਬਹੁਤ ਉਹ ਨਸ਼ਟ ਹੋ ਜਾਂਦਾ ਹੈ। ਤੇ ਬੈਟਰ ਹੈ ਕਿ ਬੋਇਲ ਐਗ ਲੈ ਲਓ, ਸੋਇਆ ਪਨੀਰ ਲੈ ਲਓ, ਦੁੱਧ ਵਿੱਚ ਕਾਫੀ ਪ੍ਰੋਟੀਨ ਆ, 1 ਗਲਾਸ ਦੁੱਧ ਵਿੱਚ 8 ਤੋਂ 9 ਗ੍ਰਾਮ ਪ੍ਰੋਟੀਨ ਤੁਹਾਨੂੰ ਮਿਲ ਜਾਂਦਾ 250 ml ਵਿੱਚ, ਤੇ ਤੁਸੀਂ ਉਹ ਲੈ ਲਓ। ਮਤਲਬ ਆਪਾਂ ਆਪਣਾ ਦੇਖਣਾ ਕਿ ਸਾਡਾ 60 ਗ੍ਰਾਮ ਹੋ ਰਿਹਾ ਕਿ ਨਹੀਂ ਹੋ ਰਿਹਾ। ਬੇਸਿਕਲੀ ਕੀ ਹੁੰਦਾ ਕਿ ਜਿਵੇਂ ਕਈ ਘਰਾਂ ਵਿੱਚ ਸਬਜ਼ੀਆਂ ਜ਼ਿਆਦਾ ਬਣਦੀਆਂ, ਦਾਲਾਂ ਦਾ ਇਨਟੇਕ ਘੱਟ ਹੁੰਦਾ, ਠੀਕ ਹੈ, ਔਰ ਬੱਚੇ ਦਾਲਾਂ ਖਾ ਕੇ ਖੁਸ਼ ਨਹੀਂ ਹੁੰਦੇ ਜ਼ਿਆਦਾ, ਜਾਂ ਸਬਜ਼ੀਆਂ ਖਾ ਕੇ ਖੁਸ਼ ਨਹੀਂ ਹੁੰਦੇ, ਤਾਂ ਉਹਦੇ ਵਿੱਚ ਕੀ ਪ੍ਰੋਟੀਨ ਰਿਕੁਆਇਰਮੈਂਟ ਘੱਟ ਜਾਂਦੀ ਹੈ। ਹੁਣ ਆਪਾਂ ਇਹ ਦੇਖਣਾ ਕਿ ਆਪਣੇ ਪੂਰੇ ਦਿਨ ਦੀ ਪ੍ਰੋਟੀਨ ਦੀ ਇਨਟੇਕ ਕੀ ਹੈ, ਉਹ ਤੁਸੀਂ ਕਿਵੇਂ ਪੂਰੀ ਕਰ ਸਕਦੇ ਹੋ। ਜਿਵੇਂ ਸਵੇਰੇ ਤੁਸੀਂ ਸੋਇਆ ਪਨੀਰ ਲੈ ਲਿਆ, ਆਈਦਰ ਤੁਸੀਂ ਸੈਲਡ ਦੀ ਫਾਰਮ 'ਚ ਲੈ ਲਓ, ਆਈਦਰ ਤੁਸੀਂ ਮਿਡ ਮਾਰਨਿੰਗ ਵਿੱਚ ਤੁਸੀਂ ਬਲੈਕ ਚਨੇ, ਰੋਸਟਡ ਚਨਾ ਜਿਹੜਾ ਆਉਂਦਾ, ਜਾਂ ਰੋਸਟਡ ਸੋਇਆ ਆਉਂਦੀ, ਉਹ ਲੈ ਲਓ। ਦੁਪਹਿਰੇ ਤੁਸੀਂ 1 ਕੌਲੀ ਦਾਲ ਦੀ ਇਨਕੋਰਪੋਰੇਟ ਕਰ ਦਿਓ। ਰਾਤ ਨੂੰ ਸ਼ਾਮ ਨੂੰ ਤੁਸੀਂ ਲੱਸੀ ਲੈ ਲਓ ਡਾਇਲੂਟਡ, ਠੀਕ ਹੈ, ਦਹੀਂ ਦਾ ਰਾਇਤਾ ਲੈ ਲਓ। ਤੇ ਇਹ ਸਾਰਾ ਪ੍ਰੋਟੀਨ ਤੁਹਾਡਾ ਮਤਲਬ 50 ਤੋਂ 60 ਗ੍ਰਾਮ ਪੂਰਾ ਕਰ ਦਿੰਦਾ। ਮਤਲਬ ਇੰਨੀ ਜੇ ਅਸੀਂ ਪ੍ਰੋਟੀਨ ਲੈਂਦੇ ਹਾਂ ਤੇ ਸਾਡੀ ਸਿਹਤ ਲਈ ਉਹ ਫਾਇਦੇਮੰਦ ਹੋਏਗਾ। ਜੀ 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 ਜੀ। ਤੇ ਗੱਲ ਇਹ ਕਰੀਏ ਕਿ ਆਮ ਤੌਰ ਤੇ ਸੁਣਿਆ ਜਾਂਦਾ ਹੈ ਕਿ ਬ੍ਰੇਕਫਾਸਟ ਜਿਹੜਾ ਹੈ ਉਹ ਹੈਵੀ ਕਰਨਾ ਚਾਹੀਦਾ ਹੈ, ਜਾਂ ਬ੍ਰੇਕਫਾਸਟ ਇਦਾਂ ਦਾ ਕਰਨਾ ਚਾਹੀਦਾ ਹੈ ਕਿ ਸਾਰੇ ਦਿਨ ਸਾਨੂੰ એનર્ਜੀ ਮਿਲੇ। ਮਤਲਬ ਕਾਫੀ ਗੱਲਾਂ ਬ੍ਰੇਕਫਾਸਟ ਨੂੰ ਲੈ ਕੇ ਅਸੀਂ ਸੁਣੀਆਂ ਹੋਈਆਂ, ਤੇ ਤੁਹਾਡੇ ਤੋਂ ਜ਼ਰੂਰ ਜਾਣਾਂਗੇ ਕਿ ਬ੍ਰੇਕਫਾਸਟ ਕਿੱਦਾਂ ਦਾ ਸਾਨੂੰ ਲੈਣਾ ਚਾਹੀਦਾ। ਜੀ। ਸਭ ਤੋਂ ਪਹਿਲਾਂ ਬ੍ਰੇਕਫਾਸਟ ਬੋਲਦੇ ਕਿਹਨੂੰ ਹੈ ਕਿ ਆਪਾਂ ਆਪਣੇ ਫਾਸਟ ਨੂੰ ਬ੍ਰੇਕ ਕਰਨਾ ਹੈ। ਬਿਲਕੁਲ। ਰਾਤ ਦਾ ਜਿਵੇਂ ਕਈ ਲੋਕ 8 ਵਜੇ ਖਾਣਾ ਖਾ ਲੈਂਦੇ ਔਰ ਸਵੇਰੇ 7 ਵਜੇ ਉੱਠਦੇ ਨੇ, ਜਿਹੜਾ ਉਹ ਗੈਪ ਹੈ, ਜਿਹੜਾ 8-10 ਘੰਟੇ ਦਾ ਜਿਹੜਾ ਗੈਪ ਹੈ, ਉਹਨੂੰ ਅਸੀਂ ਬ੍ਰੇਕ ਕਰਨਾ ਹੈ। ਉਹਨੂੰ ਆਪਾਂ ਬੋਲਦੇ ਹਾਂ ਕਿ ਬ੍ਰੇਕਫਾਸਟ ਹੈ ਜੀ। ਸੋ ਬ੍ਰੇਕਫਾਸਟ ਸ਼ੁੱਡ ਬੀ ਲਾਈਕ ਕਿੰਗ, ਕਿ ਕਹਿੰਦੇ ਨੇ ਕਿ ਬ੍ਰੇਕਫਾਸਟ ਇੱਕ ਰਾਜੇ ਦੀ ਤਰ੍ਹਾਂ ਹੋਣਾ ਚਾਹੀਦਾ। ਹਾਂਜੀ ਜ਼ਰੂਰ ਉਹ ਰਾਜੇ ਦੀ ਤਰ੍ਹਾਂ ਹੋਣਾ ਚਾਹੀਦਾ, ਪਰ ਉਹਦੇ ਵਿੱਚ ਹੈਲਦੀ ਚੀਜ਼ਾਂ। ਇਹ ਨਹੀਂ ਕਿ ਤੁਸੀਂ ਬ੍ਰੇਕਫਾਸਟ ਵਿੱਚ ਕੋਈ ਤਲਿਆ ਬ੍ਰੈਡ ਪਕੌੜਾ ਲੈ ਰਹੇ ਹੋ ਜਾਂ ਪੂਰੀ ਚਨੇ ਲੈ ਰਹੇ ਹੋ, ਉਹ ਹੈਲਦੀ ਹੈ ਨਹੀਂ। ਬ੍ਰੇਕਫਾਸਟ ਦਾ ਮਤਲਬ ਕਿ ਫਾਸਟ ਨੂੰ ਬ੍ਰੇਕ ਕਰਨਾ। ਔਰ ਸੁਬਹ ਕੀ ਹੁੰਦਾ ਕਿ ਆਪਾਂ ਜਦੋਂ ਸੁਬਹ ਉੱਠਦੇ ਹਾਂ ਅਰਲੀ ਮਾਰਨਿੰਗ, ਕਈਆਂ ਨੂੰ ਬੈਡ ਟੀ ਦੀ ਆਦਤ ਹੁੰਦੀ ਹੈ ਬ੍ਰੇਕਫਾਸਟ ਤੋਂ ਪਹਿਲਾਂ, ਬਿਲਕੁਲ, ਜਾਂ ਬ੍ਰੇਕਫਾਸਟ ਦੇ ਨਾਲ ਉਹਨਾਂ ਨੂੰ ਚਾਹ ਲੈਣ ਦੀ ਆਦਤ ਹੁੰਦੀ ਹੈ। ਤੇ ਉਹ ਬਿਲਕੁਲ ਹੀ ਮਤਲਬ ਇਹ ਹੈ ਕਿ ਜਿੱਦਾਂ ਚਾਹ ਵਿੱਚ ਟੈਨਿਨ ਹੁੰਦੇ ਆ, ਉਹ ਕਿ ਤੁਹਾਡਾ ਜਿਹੜਾ ਆਇਰਨ ਅਬਜ਼ੌਰਪਸ਼ਨ ਆ ਉਹਨੂੰ ਹਿੰਡਰ ਮਤਲਬ ਰੋਕਦੇ ਆ। ਤੇ ਜਿਹੜਾ ਆਪਾਂ ਬ੍ਰੇਕਫਾਸਟ ਹੈਲਦੀ ਕੀਤਾ ਨਾ, ਤੇ ਉਹਦਾ ਕੋਈ ਫਾਇਦਾ ਨਹੀਂ। ਚਾਹ ਨੇ ਉਹਨੂੰ ਸਾਰਾ ਨਸ਼ਟ ਕਰਦਾ, ਉਹਦਾ ਜਿਹੜੇ ਨਿਊਟ੍ਰੀਐਂਟਸ ਆ। ਤੇ ਬੇਸਿਕਲੀ ਇੰਡੀਆ ਵਿੱਚ ਇਹੀ ਪ੍ਰੋਬਲਮ ਹੈ ਕਿ ਚਾਹ ਮਤਲਬ ਆਪਾਂ ਬਹੁਤ ਲੈਂਦੇ ਹਾਂ, ਪਰ ਚਾਹ ਦਾ ਵੀ ਟਾਈਮ ਹੈ। ਇਸ ਹਰਬ ਕਾਈਂਡ ਆਫ ਹਰਬ ਜਾਂ ਕਹਿ ਦੇਵਾਂ ਸਾਨੂੰ ਸਫੁਰਤੀ ਦਿੰਦੀ ਹੈ, ਠੀਕ ਹੈ, ਪਰ ਕੀ ਹੈ ਕਿ ਸਾਨੂੰ ਚਾਹ ਦਾ ਵੀ ਟਾਈਮ ਹੁੰਦਾ ਹੈ। ਸਵੇਰੇ ਉੱਠਦੇ ਸਾਰ ਹੀ ਖਾਲੀ ਪੇਟ ਇੱਕ ਤਾਂ ਚਾਹ ਨਹੀਂ ਲੈਣੀ ਜੀ, ਠੀਕ ਹੈ। ਦੂਸਰਾ ਬ੍ਰੇਕਫਾਸਟ ਦੇ ਨਾਲ ਨਹੀਂ ਲੈਣੀ। ਮਿਡ ਮਾਰਨਿੰਗ ਹਾਂ ਤੁਸੀਂ ਆਫਿਸ ਗਏ ਹੋ ਜਾਂ ਤੁਸੀਂ ਘਰ ਹੀ ਹੋ, ਆਫਟਰ ਬ੍ਰੇਕਫਾਸਟ 2-2.5 ਘੰਟੇ ਬਾਅਦ ਤੁਸੀਂ ਚਾਹ ਲੈ ਸਕਦੇ ਹੋ। ਔਰ ਜਿਹੜਾ ਬ੍ਰੇਕਫਾਸਟ ਆ ਉਹ 'ਚ ਮੈਂ ਮੋਸਟਲੀ ਰਿਕਮੈਂਡ ਕਰਦੇ ਕਿ ਵੈਜੀਟੇਬਲ ਜੂਸ ਜ਼ਰੂਰ ਲਓ। ਓਕੇ। ਕਿਉਂਕਿ ਬੇਸਿਕਲੀ ਕੀ ਹੁੰਦਾ ਕਿ ਆਪਾਂ ਜਿੱਦਾਂ ਰਾਤ ਦਾ ਜਦੋਂ ਉੱਠਦੇ ਹਾਂ ਨਾ, ਸਵੇਰ ਸਾਨੂੰ ਬਹੁਤ ਭੁੱਖ ਲੱਗਦੀ। ਕੀ ਹੁੰਦਾ ਕਿ ਆਪਾਂ 2 ਚਪਾਤੀ 3 ਪਰਾਂਠੇ ਜਾਂ ਇੱਦਾਂ ਆਪਣਾ ਡਾਈਟ ਲੈ ਲੈਂਦੇ ਹਾਂ ਜੀ। ਤੇ ਅਗਰ ਅਸੀਂ ਵੈਜੀਟੇਬਲ ਜੂਸ ਲੈਂਦੇ ਹਾਂ, ਜਿੱਦਾਂ ਟੋਮੈਟੋਜ਼ ਹੋ ਗਏ, ਖੀਰਾ ਹੋ ਗਿਆ, ਘੀਆ ਹੋ ਗਿਆ, ਇਹਦਾ ਜੂਸ ਬਣਾ ਕੇ ਲੈ ਲੈਂਦੇ ਹਾਂ, ਤੇ ਉਹ ਕਿ ਸਾਡੀ ਇਨਸੂਲਿਨ ਸਪਾਈਕ ਨਹੀਂ ਕਰਦਾ। ਮਤਲਬ ਸਾਰਾ ਦਿਨ ਸਾਨੂੰ ਫਿਰ ਹੰਗਰ ਪੈਂਗਸ ਨਹੀਂ ਹੁੰਦੇ ਹੈਗੇ ਅਗਰ ਆਪਾਂ 1 ਗਲਾਸ ਵੈਜੀਟੇਬਲ ਜੂਸ ਲੈ ਲੈਂਦੇ ਹਾਂ। ਇੱਕ ਤਾਂ ਸਾਡੀ ਸਕਿਨ ਲਈ ਅੱਛਾ, ਦੂਸਰਾ ਸਾਡੀ ਬੋਡੀ ਨੂੰ ਹਾਈਡਰੇਸ਼ਨ ਦਿੰਦਾ, ਸਾਡੇ ਹੇਅਰ ਲਈ ਅੱਛਾ। ਔਰ ਦੂਜਾ ਸਾਨੂੰ ਜਿਹੜੇ ਹੰਗਰ ਪੈਂਗਸ ਹੁੰਦੇ, ਕਈ ਵਾਰ ਇੱਦਾਂ ਹੁੰਦਾ ਨਾ ਕਿ ਬ੍ਰੇਕਫਾਸਟ ਕੀਤਾ, 1 ਫੁਲਕਾ ਖਾਧਾ ਆਪਾਂ, ਫਿਰ ਸਾਨੂੰ 11 ਵਜੇ ਭੁੱਖ ਲੱਗ ਗਈ, 10-10:30 ਆਫਿਸ ਜਾਂਦੇ ਜਾਂਦੇ ਭੁੱਖ ਲੱਗ ਗਈ। ਬੈਟਰ ਹੈ ਕਿ ਤੁਸੀਂ ਉਹਦੇ ਵਿੱਚ ਫਾਈਬਰ ਜ਼ਰੂਰ ਲਓ। ਫਾਈਬਰ ਵਿੱਚ ਜਿੱਦਾਂ ਸਟਫਡ ਪਰਾਂਠਾ ਲੈ ਲਓ, ਮਤਲਬ ਉਹਨੂੰ ਫਰਾਈ ਨਾ ਕਰੋ, ਸਟਫ ਰੋਟੀ ਦਹੀਂ ਦੇ ਨਾਲ ਲੈ ਲਓ, ਠੀਕ ਹੈ, ਨਾਲ ਇੱਕ ਵੈਜੀਟੇਬਲ ਜੂਸ ਦਾ ਗਲਾਸ ਲੈ ਲਓ। ਹਾਂ, ਅਗਰ ਤੁਸੀਂ ਜ਼ਿਆਦਾ ਵੇਟ ਕੌਨਸ਼ੀਅਸ ਨਹੀਂ ਹੋ, ਤੁਸੀਂ ਲਾਈਕ ਪਾਈਨਐਪਲ ਜੂਸ ਵੀ ਲੈ ਸਕਦੇ ਹੋ ਨਾਲ,
ਪਰ ਡਿੱਬਾ ਬੰਦ ਨਹੀਂ, ਜਿਹੜਾ ਫਰੈਸ਼ ਜੂਸ ਆ ਘਰ ਕੱਢਿਆ ਉਹ ਲੈ ਸਕਦੇ। ਮਤਲਬ ਇਹ ਬ੍ਰੇਕਫਾਸਟ ਦੇ ਵਿੱਚ ਅਸੀਂ ਲੈ ਸਕਦੇ, ਕਿਉਂਕਿ ਆਮ ਤੌਰ ਤੇ ਬ੍ਰੇਕਫਾਸਟ ਨੂੰ ਲੈ ਕੇ ਇਹੀ ਸੁਣਿਆ ਗਿਆ ਹੈ ਕਿ ਬ੍ਰੇਕਫਾਸਟ ਜਿਹੜਾ ਉਹ ਕਾਫੀ ਹੈਵੀ ਹੋਣਾ ਚਾਹੀਦਾ ਹੈ, ਦੁਪਹਿਰ ਦਾ ਖਾਣਾ ਉਸ ਤੋਂ ਹਲਕਾ ਹੋਣਾ ਚਾਹੀਦਾ, ਤੇ ਰਾਤ ਦਾ ਜਿਹੜਾ ਖਾਣਾ ਹੈ ਉਹ ਬਿਲਕੁਲ ਹੀ ਹਲਕਾ ਹੋਣਾ ਚਾਹੀਦਾ। ਬਿਲਕੁਲ ਹੀ ਹਲਕਾ ਹੋਣਾ ਚਾਹੀਦਾ, ਬਿਲਕੁਲ ਸਹੀ। ਐਕਚੁਅਲੀ ਕੀ ਹੁੰਦਾ ਕਿ ਸਾਡਾ ਇੱਕ ਮੈਟਾਬੋਲਿਜ਼ਮ ਹੁੰਦਾ, ਬੇਸਲ ਮੈਟਾਬੋਲਿਕ ਰੇਟ ਹੁੰਦਾ ਬਾਡੀ ਦਾ। ਕੀ ਹੁੰਦਾ BMR ਜਿਹਨੂੰ ਆਪਾਂ ਕਹਿੰਦੇ ਆ, ਕਿ ਜਿਹੜਾ ਵੀ ਆਪਾਂ weight loss ਕਰਦੇ ਆ, weight gain ਕਰਦੇ ਆ, ਉਹ ਸਾਰਾ ਕਿਹਦੇ ਥਰੂ ਹੁੰਦਾ? ਲਾਈਕ ਮੈਟਾਬੋਲਿਜ਼ਮ। ਐਟ ਰੈਸਟ ਜਿਹੜੀ ਤੁਹਾਡੀ ਬਾਡੀ ਕੈਲੋਰੀਜ਼ ਬਰਨ ਕਰਦੀ, ਦੈਟ ਇਜ਼ ਕਾਲਡ ਐਸ BMR, ਬੇਸਲ ਮੈਟਾਬੋਲਿਕ ਰੇਟ। ਕੀ ਹੁੰਦਾ ਹੈ, ਹਰ ਇੱਕ ਬੰਦੇ ਦਾ BMR ਅਲੱਗ ਹੁੰਦਾ ਹੈ, ਠੀਕ ਹੈ, ਡਿਪੈਂਡਿੰਗ ਅਪੋਨ ਕਿ ਉਹਦੀ ਐਕਟੀਵਿਟੀ ਕੀ ਹੈ ਪੂਰੇ ਦਿਨ ਦੀ, ਠੀਕ ਹੈ, ਔਰ ਉਹਦੀ ਬਾਡੀ ਕਿਵੇਂ ਰਿਐਕਟ ਕਰਦੀ ਹੈ। ਕਈ ਵਾਰ ਆਪਾਂ ਦੇਖਿਆ ਹੋਣਾ ਕਿ ਕਈ ਪਤਲੇ ਬੰਦੇ ਬਹੁਤ ਜ਼ਿਆਦਾ ਖਾਂਦੇ ਨੇ, ਪਰ ਉਹਨਾਂ ਦਾ ਮੈਟਾਬੋਲਿਜ਼ਮ ਇੰਨਾ ਫਾਸਟ ਹੈ ਕਿ ਉਹਨਾਂ ਦਾ weight gain ਹੁੰਦਾ ਹੀ ਨਹੀਂ। ਔਰ ਕਈ ਵਾਰ ਬਹੁਤ ਹੈਲਦੀ ਬੰਦੇ ਬਹੁਤ ਘੱਟ ਖਾਂਦੇ ਨੇ ਤੇ ਉਹਨਾਂ ਦਾ weight gain ਹੋਣਾ ਸ਼ੁਰੂ ਹੋ ਜਾਂਦਾ। ਕਹਿੰਦੇ ਨਾ ਕਿ ਪਾਣੀ ਵੀ ਘਿਓ ਦੀ ਤਰ੍ਹਾਂ ਲੱਗਦਾ, ਤੇ ਉਹੀ ਗੱਲ ਹੋ ਜਾਂਦੀ। ਇਹ ਡਿਪੈਂਡਸ ਕਰਦਾ ਤੁਹਾਡੇ ਮੈਟਾਬੋਲਿਕ ਰੇਟ ਦੇ ਉੱਪਰ। ਮੈਟਾਬੋਲਿਜ਼ਮ ਜਿੰਨਾ ਫਾਸਟ ਤੁਹਾਡਾ ਮੈਟਾਬੋਲਿਜ਼ਮ ਹੋਏਗਾ, ਓਨਾ ਹੀ ਤੁਹਾਡਾ ਡਾਈਜੈਸ਼ਨ ਵਧੀਆ ਹੋਏਗੀ ਤੁਹਾਡੀ, ਠੀਕ ਹੈ। ਔਰ ਕੀ ਹੈ ਕਿ ਜਿਹੜਾ BMR ਹੈ, ਤੁਸੀਂ ਅੱਜ ਕੱਲ੍ਹ ਕਾਫੀ ਐਪਸ ਆਈਆਂ ਹੋਈਆਂ, ਤੁਸੀਂ ਗੂਗਲ ਤੇ ਜਾਂ ਕਿਤੇ ਵੀ ਜਾ ਕੇ ਪੜ੍ਹ ਸਕਦੇ ਹੋ, ਕਿਉਂਕਿ ਜਿਹੜਾ ਉਹਦਾ ਫਾਰਮੂਲਾ ਹੈ ਉਹ ਬਹੁਤ ਜ਼ਿਆਦਾ ਟਫ ਹੈ। ਇੱਥੇ ਮੈਂ ਐਕਸਪਲੇਨ ਕਰਾਂਗੀ ਤਾਂ ਆਪਾਂ ਕਨਫਿਊਜ਼ ਹੀ ਹੋ ਜਾਵਾਂਗੇ। ਤੇ ਤੁਸੀਂ ਐਪ ਤੇ ਜਾ ਕੇ ਆਪਣਾ weight ਔਰ ਹਾਈਟ ਭਰਨਾ, ਤੁਹਾਡਾ BMR ਆ ਜਾਏਗਾ, ਠੀਕ ਹੈ, ਬੇਸਲ ਮੈਟਾਬੋਲਿਕ ਰੇਟ। ਅਗਰ ਮੈਂ ਗਰਲਸ ਦੀ ਗੱਲ ਕਰਾਂ ਤੇ ਉਹਨਾਂ ਦਾ BMR 12 ਤੋਂ 1400 ਕੈਲੋਰੀਜ਼ ਦੇ ਵਿੱਚ ਹੁੰਦਾ। ਅਗਰ ਮੈਂ ਬॉयਜ਼ ਦੀ ਗੱਲ ਕਰਾਂ ਤੇ 1600 ਤੋਂ 1800 ਦੇ ਵਿੱਚ। ਹੁਣ ਅਗਰ ਕਿਸੇ ਨੇ weight gain ਕਰਨਾ ਹੈ ਤੇ ਉਹਨੂੰ ਆਪਣੀ ਕੈਲੋਰੀਜ਼ ਤੋਂ ਜਿਹੜੀ ਬਾਡੀ ਦੀ ਰਿਕੁਆਇਰਮੈਂਟ ਹੈ, ਜਿਵੇਂ ਕਿ ਆਪਾਂ ਜਿਹੜਾ BMR ਹੈਗਾ ਹੈ, ਜਿਵੇਂ ਤੁਹਾਡਾ ਆਪਣਾ ਹਾਰਟ ਵਰਕ ਕਰ ਰਿਹਾ ਹੈ, ਤੁਹਾਡੀਆਂ ਕਿਡਨੀਆਂ ਵਰਕ ਕਰ ਰਹੀਆਂ, ਤੁਸੀਂ ਬਰੀਦਿੰਗ ਕਰ ਰਹੇ ਹੋ, ਇਹ ਸਾਰਾ ਕੀ ਹੈ ਐਟ ਰੈਸਟ ਤੁਹਾਡੀ ਬਾਡੀ ਜਿਹੜੀ ਹੈ ਐਕਸਪੈਂਡੀਚਰ ਕਰ ਰਹੀ ਹੈ ਕੈਲੋਰੀਜ਼ ਦਾ। ਜਿਵੇਂ ਆਪਾਂ ਰਾਤ ਨੂੰ ਸੌਂਦੇ, ਸਵੇਰੇ ਭੁੱਖ ਲੱਗ ਜਾਂਦੀ, ਮਤਲਬ ਸਾਡਾ ਮੈਟਾਬੋਲਿਕ ਅੰਦਰ ਜਿਹੜਾ ਮੈਟਾਬੋਲਿਜ਼ਮ ਉਹ ਵਰਕ ਕਰ ਰਿਹਾ, ਠੀਕ ਹੈ ਨਾ। ਤੇ ਕੀ ਹੈ ਕਿ ਜਿਹੜੇ ਗਰਲਸ ਹੈ, ਅਗਰ ਉਹਨਾਂ ਨੇ weight loss ਕਰਨਾ ਤੇ ਆਪਾਂ ਬੇਸਿਕਲੀ ਪ੍ਰਿਸਕ੍ਰਾਈਬ ਕਰਦੇ ਹਾਂ ਕਿ 1200 ਕੈਲੋਰੀਜ਼ ਤੱਕ ਲੈ ਲਓ। ਜੇ 1400 ਕੈਲੋਰੀਜ਼ ਉਹਨਾਂ ਦਾ BMR ਹੈਗਾ, ਮਤਲਬ ਲਾਈਕ ਅਗਰ 1200 ਕੈਲੋਰੀਜ਼ ਦਾ BMR ਹੈਗਾ ਉਹਨਾਂ ਦਾ, ਕਿ ਬੇਸਲ ਮੈਟਾਬੋਲਿਕ ਰੇਟ ਹੀ ਇੰਨਾ ਹੈਗਾ, ਤੇ ਆਪਾਂ ਕੀ ਕਰਨਾ ਕਿ ਆਪਾਂ ਆਪਣੇ ਪੂਰੇ ਦਿਨ ਦੀ ਡੇਲੀ ਰਿਕੁਆਇਰਮੈਂਟ ਦੇਖਣੀ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਕਿ ਅਗਰ ਆਪਾਂ ਐਸਟੀਮੇਟ ਲਗਾਈਏ ਕਿ ਹਰ ਚੀਜ਼ 80 ਤੋਂ 90 ਕੈਲੋਰੀਜ਼ ਹੁੰਦੀਆਂ ਹੈ। ਅਗਰ ਤੁਸੀਂ ਇੱਕ ਰੋਟੀ ਲੈ ਰਹੇ ਹੋ ਤਾਂ 80 ਤੋਂ 90 ਕੈਲੋਰੀਜ਼ ਹੈਗੀਆਂ, ਅਗਰ ਤੁਸੀਂ ਦਾਲ ਦੀ ਕਟੋਰੀ ਲੈ ਰਹੇ ਹੋ ਤਾਂ 60 ਤੋਂ 80 ਕੈਲੋਰੀਜ਼ ਹੈਗੀਆਂ। ਤੇ ਉਹਨੂੰ ਕੈਲਕੂਲੇਟ ਕਰਕੇ ਅਸੀਂ ਡਾਈਟ ਪਲਾਨ ਕਰਦੇ ਹਾਂ ਅੱਗੇ। ਸਪੋਜ਼ ਲਾਈਕ ਇੱਕ ਬੰਦਾ ਹੈ ਜਿਹੜਾ ਦਿਨ 'ਚ 6 ਚਪਾਤੀਆਂ ਖਾ ਰਿਹਾ, ਹੁਣ ਆਪਾਂ ਉਹਦੇ ਕੈਲੋਰੀਜ਼ ਘਟਾਉਣੀਆਂ, ਕਿਵੇਂ ਘਟਾਉਣੀਆਂ? 6 ਤੋਂ ਉਹਨੂੰ 5 ਚਪਾਤੀ ਤੇ ਲੈ ਆਏ, ਇੱਕ ਚਪਾਤੀ ਘੱਟ ਹੋ ਗਈ। ਹੁਣ ਕਈਆਂ ਨੂੰ ਹੁੰਦਾ ਕਿ ਸਟਾਈਟੀ ਵੈਲਿਊ ਨਹੀਂ ਪੂਰੀ ਹੁੰਦੀ, ਕਿ ਦਿਮਾਗ 'ਚ ਹੁੰਦਾ ਕਿ ਮੈਂ ਇੱਕ ਰੋਟੀ ਖਾਧੀ ਮੈਨੂੰ ਭੁੱਖ ਲੱਗ ਜਾਣੀ ਹੈ, ਇੱਕ ਰੋਟੀ ਖਾਧੀ ਭੁੱਖ ਲੱਗ ਜਾਣੀ ਆ। ਹੁਣ ਆਪਾਂ ਉਹਨੂੰ ਕਿਵੇਂ ਕਰਨਾ ਹੈ? ਉਹਦੇ ਵਿੱਚ ਕੋਈ ਹੋਰ ਆਟਾ ਮਿਕਸ ਕਰਕੇ, ਜਾਂ ਫਿਰ ਜਿਵੇਂ ਆਟੇ ਦੀ ਕੁਆਂਟੀਟੀ ਘੱਟ ਕਰਕੇ ਕੋਈ ਫਾਈਬਰ, ਜਿਵੇਂ ਕਿ ਘੀਆ ਹੋ ਗਿਆ, ਚਨੇ ਦੀ ਦਾਲ ਹੋ ਗਈ, ਦੈਨ ਆਪਾਂ ਗਾਜਰ ਹੋ ਗਈ, ਮੂਲੀ ਹੋ ਗਈ, ਉਹਦੀ ਰੋਟੀ ਉਹਨੂੰ ਦੇ ਸਕਦੇ ਹਾਂ, ਕਿ ਜਿਹਦੇ ਵਿੱਚ ਫਾਈਬਰ ਦਾ ਵੀ ਆ ਜਾਵੇ ਹਿੱਸਾ। ਔਰ ਤੁਹਾਡਾ ਜਿਹੜਾ ਆਟਾ ਤੁਸੀਂ ਜਿਹੜਾ ਯੂਜ਼ ਕਰ ਰਹੇ ਹੋ, ਅਗਰ ਤੁਸੀਂ 40 ਗ੍ਰਾਮ ਯੂਜ਼ ਕਰ ਰਹੇ ਹੋ ਤਾਂ 20 ਗ੍ਰਾਮ ਯੂਜ਼ ਕਰੋਗੇ ਤਾਂ ਤੁਹਾਡੀ ਸਟਾਈਟੀ ਵੈਲਿਊ ਵੀ ਪੂਰੀ ਹੋ ਗਈ, ਤੁਹਾਨੂੰ ਫੀਲਿੰਗ ਜਿਹੜੀ ਹੰਗਰ ਫੀਲਿੰਗ ਸੀ ਕਿ ਮੈਂ 2 ਚਪਾਤੀਆਂ ਖਾਣੀਆਂ, ਉਹ ਵੀ ਪੂਰੀ ਹੋ ਗਈ, ਤੁਹਾਡੀ ਕੈਲੋਰੀਜ਼ ਵੀ ਘੱਟ। ਕਿ ਮਤਲਬ ਇਹ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਆਮ ਤੌਰ ਤੇ ਇਦਾਂ ਹੀ ਹੁੰਦਾ ਹੈ ਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਅਸੀਂ weight loss ਕਰਨਾ ਹੈ ਤੇ ਰਾਤ ਦੀ ਜਿਹੜੀ ਮੀਲ ਹੈ ਉਹ ਅਸੀਂ ਨਾ ਲਈਏ ਜਾਂ ਅਸੀਂ ਘਟਾ ਦਈਏ, ਪਰ ਦਿਮਾਗ ਦੇ ਵਿੱਚ ਇਹੀ ਗੱਲ ਚੱਲਦੀ ਰਹਿੰਦੀ ਹੈ ਕਿ ਖਾਣਾ ਨਹੀਂ ਖਾਧਾ, ਹੈ ਨਾ। ਇਹ ਜੇ ਅਸੀਂ ਇਸ ਤਰੀਕੇ ਦੇ ਨਾਲ ਆਪਣੀ ਇਸ ਮਤਲਬ ਜਿਹੜੀ ਸੋਚ ਹੈ ਉਹਨੂੰ ਬਦਲ ਸਕਦੇ ਹਾਂ। ਤੇ ਇਹਦੇ ਨਾਲ ਹੀ ਗੱਲ ਇਹ ਕਰਦੇ ਹਾਂ ਕਿ ਜੇ એનર્ਜੀ ਦੀ ਗੱਲ ਕਰੀਏ, ਹੈ ਨਾ, ਕਿ ਕਿਹੜੇ ਐਸੇ ਫੂਡ ਆ ਜੇ ਜਾਂ ਡਾਈਟ ਦੇ ਵਿੱਚ ਕਿਹੜੀ ਐਸੀ ਚੀਜ਼ਾਂ ਅਸੀਂ ਐਡ ਕਰੀਏ ਜਿਹਦੇ ਨਾਲ એનર્ਜੀ ਮਿਲੇ ਸਾਨੂੰ, ਮਤਲਬ ਤਾਕਤ ਦੀਆਂ ਕਿਹੜੀਆਂ ਚੀਜ਼ਾਂ ਐਸੀਆਂ ਜਿਹੜੀ ਤਾਕਤ ਦੇ ਸਕਦੀਆਂ ਸਰੀਰ ਨੂੰ? ਜੀ ਐਕਚੁਅਲੀ ਆਪਾਂ ਜਿਹੜੀ ਵੀ ਚੀਜ਼ ਖਾਂਦੇ ਆ, ਠੀਕ ਹੈ ਨਾ, ਹਰ ਚੀਜ਼ ਵਿੱਚ એનર્ਜੀ ਹੈ। ਚਾਹੇ ਅਸੀਂ ਫਰੂਟਸ ਲੈ ਰਹੇ ਹਾਂ, ਚਾਹੇ ਅਸੀਂ ਵੈਜੀਟੇਬਲਸ ਲੈ ਰਹੇ ਹਾਂ, ਹਰ ਚੀਜ਼ ਤੋਂ ਸਾਨੂੰ એનર્ਜੀ ਮਿਲਦੀ ਹੈ। એનર્ਜੀ ਬੇਸਿਕਲੀ ਹੈ ਕਿ ਕਾਰਬੋਹਾਈਡਰੇਟਸ, ਠੀਕ ਹੈ ਨਾ। ਜਿਵੇਂ ਤੁਸੀਂ ਇੱਕ ਜੂਸ ਦਾ ਗਿਲਾਸ ਲਿਆ, ਜਦੋਂ ਕੋਈ ਬੰਦਾ ਹਸਪੀਟਲ ਹੁੰਦਾ ਹੈ ਜਾਂ ਕਿਸੇ ਨੂੰ ਚੱਕਰ ਆਉਂਦੇ ਨੇ ਤਾਂ ਆਪਾਂ ਕਹਿੰਦੇ ਜੂਸ ਦੇ ਦਿਓ, ਡੈਟ ਇਜ਼ ਕਾਲਡ ਐਜ਼ એનર્ਜੀ, ਗਲੂਕੋਜ਼ ਸਿੱਧਾ ਡਾਇਰੈਕਟ ਗਲੂਕੋਜ਼ ਦੇਤਾ, ਠੀਕ ਹੈ, ਉਹ ਕੀ એનર્ਜੀ ਹੈ, ਠੀਕ ਹੈ। ਤੁਹਾਡੀ ਸ਼ੂਗਰ ਸਪਾਈਕ ਹੋਈ, ਤੁਹਾਡੇ ਹੈਲਦੀ ਹਾਰਮੋਨਸ, ਤੁਹਾਡੇ ਜਿਹੜੇ ਅੱਛੇ ਹਾਰਮੋਨਸ ਉਹ ਰਿਲੀਜ਼ ਹੋਏ ਐਂਡ ਯੂ ਫੀਲ ਲਾਈਕ ਕਿ ਹਾਂ ਮੈਨੂੰ ਪਤਾ ਨਹੀਂ ਕੀ ਜੰਨਤ ਮਿਲ ਗਈ ਆ ਕਿ ਮੈਂ ਉਹ ਲੈ ਲਿਆ, ਠੀਕ ਹੈ ਨਾ, ਜੂਸ ਲੈ ਲਿਆ। ਤਾਂ ਬੇਸਿਕਲੀ ਮਿੱਠਾ ਕਿਉਂ ਲੋਕ ਪਸੰਦ ਕਰਦੇ ਨੇ? એનર્ਜੀ, ਇੱਕਦਮ ਡਾਇਰੈਕਟ ਸੋਰਸ ਆ એનર્ਜੀ ਦਾ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਕਿ ਅਗਰ એનર્ਜੀ ਰਿਚ ਫੂਡਸ ਦੀ ਗੱਲ ਕਰੀਏ ਤਾਂ ਆਪਾਂ ਅਗਰ ਪ੍ਰੋਟੀਨ ਲੈਂਦੇ ਉਹ ਵੀ ਸਾਨੂੰ એનર્ਜੀ ਦੇ ਰਿਹਾ, ਠੀਕ ਹੈ। ਅਗਰ ਅਸੀਂ ਕਾਰਬੋਹਾਈਡਰੇਟਸ ਲੈ ਰਹੇ ਉਹ ਵੀ ਸਾਨੂੰ એનર્ਜੀ ਦੇ ਰਿਹਾ, ਫੈਟਸ ਲੈ ਰਹੇ ਹਾਂ, ਹੈਲਦੀ ਫੈਟਸ ਜਿਵੇਂ ਕਿ ਨਟਸ ਹੋ ਗਏ, ਵਾਲਨਟਸ ਹੋ ਗਿਆ, ਐਲਮੰਡਸ ਹੋ ਗਏ, ਇਹ ਕੀ ਹੈਲਦੀ ਫੈਟਸ ਹੈ, ਇਹ ਵੀ ਸਾਨੂੰ એનર્ਜੀ ਦੇ ਰਿਹਾ, ਠੀਕ ਹੈ।
ਤਾਂ ਕੀ ਹੁੰਦਾ ਬੇਸਿਕਲੀ ਕਿ ਅਗਰ ਜਿਵੇਂ ਆਪਾਂ ਚਾਹੁੰਦੇ ਕਿ ਸਾਨੂੰ ਇਨਸਟੈਂਟ એનર્ਜੀ ਮਿਲੇ, ਉਹਦੇ ਵਾਸਤੇ ਅਸੀਂ ਮਿੱਠਾ ਲੈਂਦੇ ਆ। ਜੇ ਆਪਾਂ ਚਾਹੁੰਦੇ ਕਿ ਆਪਾਂ ਨੂੰ ਜਿਵੇਂ ਆਪਾਂ ਸਵੇਰ ਦਾ ਬ੍ਰੇਕਫਾਸਟ ਕੀਤਾ, ਉਹਦੇ ਵਿੱਚ ਅਗਰ ਆਪਾਂ ਪ੍ਰੋਟੀਨ ਇਨਕਲੂਡ ਕੀਤਾ ਹੋਇਆ, 4 ਐਗਸ ਖਾਦੇ ਹੋਏ ਆ, ਤਾਂ ਉਹ એનર્ਜੀ ਹੌਲੀ ਹੌਲੀ ਰਿਲੀਜ਼ ਹੁੰਦੀ ਹੈ। ਬਿਲਕੁਲ ਬਿਲਕੁਲ ਠੀਕ ਹੈ ਨਾ ਜੀ। ਤਾਂ એનર્ਜੀ ਗਿਵਿੰਗ ਫੂਡਸ, ਸਾਰੇ એનર્ਜੀ ਗਿਵਿੰਗ ਫੂਡਸ ਆ। ਫਰੂਟਸ ਲੈ ਲਓ, ਵੈਜੀਟੇਬਲਸ ਲੈ ਲਓ, ਨਟਸ ਲੈ ਲਓ, ਇਹ ਸਾਰੇ એનર્ਜੀ ਰਿਚ ਫੂਡਸ ਆ। ਤੇ ਮਤਲਬ ਸਾਨੂੰ ਆਪਣੀ ਬਾਡੀ ਦੇ ਹਿਸਾਬ ਨਾਲ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਸਿਲੈਕਟ ਕਰਨਾ ਚਾਹੀਦਾ, ਕਿਉਂਕਿ ਕਈ ਵਾਰੀ ਇਦਾਂ ਵੀ ਹੁੰਦਾ ਹੋਣਾ ਹੈ ਕਿ ਹਰ ਚੀਜ਼ ਸਾਰਿਆਂ ਨੂੰ ਸੂਟ ਨਹੀਂ ਕਰਦੀ। ਜੀ 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 ਡਿਪੈਂਡਿੰਗ ਪੌਨ ਕਿ ਤੁਹਾਡੀ ਮੈਡੀਕਲ ਕੰਡੀਸ਼ਨ ਕੀ ਹੈਗੀ ਹੈ ਨਾ। ਹੁਣ ਮੈਂ ਹਾਈ ਪ੍ਰੋਟੀਨ ਦੀ ਗੱਲ ਕੀਤੀ ਕਿ ਹਾਈ ਪ੍ਰੋਟੀਨ ਡਾਈਟ ਲੈ ਲਓ, ਡਾਇਬੀਟਿਕ ਨੂੰ ਵੀ ਹਾਈ ਪ੍ਰੋਟੀਨ ਡਾਈਟ ਦੇਤੀ। ਔਰ ਆਪਾਂ ਅਕਸਰ ਕੀ ਕਰਦੇ ਹਾਂ ਕਿ ਇੰਟਰਨੈਟ ਤੋਂ ਫੋਲੋ ਕੀਤਾ, YouTube ਤੋਂ ਫੋਲੋ ਕੀਤਾ, ਇਦਾਂ ਹੀ ਹੁੰਦਾ ਹੈ ਹਾਂ ਕਿ ਹਾਈ ਪ੍ਰੋਟੀਨ ਲੈ ਲਓ, ਤਾਂ ਆਪਾਂ ਹਾਈ ਪ੍ਰੋਟੀਨ ਲੈਣਾ ਸ਼ੁਰੂ ਕਰ ਦਿੰਦੇ। ਪਰ ਕਦੀ ਅਸੀਂ ਆਪਣੇ ਮੈਡੀਕਲ ਟੈਸਟ ਕਰਵਾਏ, ਆਪਾਂ ਦੇਖਿਆ ਕਿ ਸਾਡੀ ਬਾਡੀ ਦੀ ਰਿਕੁਆਇਰਮੈਂਟ ਕੀ ਹੈ। ਠੀਕ ਹੈ, ਕਈ ਵਾਰ ਹੁੰਦਾ ਕਿ ਸਾਡਾ ਯੂਰੀਆ ਇੰਨਾ ਹਾਈ ਹੋ ਜਾਂਦਾ ਹੈ, ਯੂਰਿਕ ਐਸਿਡ ਹਾਈ ਹੋ ਜਾਂਦਾ। ਜਿਨ੍ਹਾਂ ਦਾ ਯੂਰਿਕ ਐਸਿਡ ਹਾਈ ਹੈ, ਉਹਨਾਂ ਦੀ ਪ੍ਰੋਟੀਨ ਰਿਕੁਆਇਰਮੈਂਟ ਅਸੀਂ ਬਿਲਕੁਲ ਕੱਟ ਕਰ ਦਿੰਦੇ ਹਾਂ, ਸਿਰਫ 20 ਤੋਂ 30 ਗ੍ਰਾਮ ਪੂਰੇ ਦਿਨ 'ਚ। ਠੀਕ ਹੈ, ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੈ ਤੇ ਯੂਰਿਕ ਆਪਣਾ ਪ੍ਰੋਟੀਨ ਇਨਟੇਕ ਘੱਟ ਕਰ ਦਿੰਦੇ ਆ। ਕੋਈ ਲੀਵਰ ਦਾ ਕੋਈ ਪ੍ਰੋਬਲਮ ਆ ਗਈ, ਪ੍ਰੋਟੀਨ ਇਨਟੇਕ ਘੱਟ ਕਰ ਦਿੰਦੇ ਆ। ਠੀਕ ਹੈ, ਮਤਲਬ ਜ਼ਰੂਰੀ ਨਹੀਂ ਕਿ ਅਸੀਂ ਕੋਈ YouTube ਤੇ ਚੈਨਲ ਦੇਖਿਆ ਜਾਂ ਕੋਈ ਫੂਡ ਬਲੌਗਰ ਦਾ ਚੈਨਲ ਦੇਖਿਆ ਤਾਂ ਆਪਾਂ ਕੀ ਕੀਤਾ, ਆਪਣਾ ਜੋ ਉਹਨਾਂ ਨੇ ਬੋਲਿਆ ਉਹ ਫੋਲੋ ਕਰ ਲਿਆ। ਹਰ ਕਿਸੇ ਨੂੰ ਹਰ ਇੱਕ ਡਾਈਟ ਨਹੀਂ ਸੂਟ ਕਰਦੀ। ਠੀਕ ਹੈ, ਕੀ ਹੁੰਦਾ ਕਿ ਬੇਸਿਕਲੀ ਜਿਹੜੀ ਡਾਈਟ ਹੈਗੀ ਹੈ ਉਹ ਤੁਹਾਡੇ ਬੋਡੀ ਟਾਈਪ ਦੇ ਅਕੋਰਡਿੰਗ, ਠੀਕ ਹੈ, ਔਰ ਤੁਹਾਨੂੰ ਕਿੰਨਾ ਤੁਹਾਡਾ BMR ਹੈ, ਬੇਸਲ ਮੈਟਾਬੋਲਿਕ ਰੇਟ, ਤੁਹਾਡਾ ਬੋਡੀ ਮਾਸ ਇੰਡੈਕਸ ਕਿੰਨਾ ਹੈਗਾ, ਉਹਦੇ ਅਕੋਰਡਿੰਗ ਆਪਾਂ ਡਾਈਟ ਦੱਸਦੇ ਹਾਂ। ਬਿਲਕੁਲ ਬਿਲਕੁਲ। ਹੁਣ ਅਗਰ ਬੱਚਿਆਂ ਦੀ ਗੱਲ ਕਰੀਏ ਤੇ ਬੱਚਿਆਂ ਨੂੰ ਡਾਈਟ ਜ਼ਿਆਦਾ ਚਾਹੀਦੀ ਹੁੰਦੀ ਕਿਉਂਕਿ ਉਹਨਾਂ ਦੀ ਮੂਵਮੈਂਟ ਜ਼ਿਆਦਾ ਹੈ। ਠੀਕ ਹੈ, ਇੱਕ ਬੰਦਾ ਜਿਹੜਾ ਦਫ਼ਤਰ 'ਚ ਕੰਮ ਕਰ ਰਿਹਾ, ਸੈਡੈਂਟਰੀ ਲਾਈਫ ਸਟਾਈਲ ਹੈ, ਕੈਸ਼ ਕਾਊਂਟਰ ਤੇ ਬੈਠਾ ਹੋਇਆ ਪੂਰਾ ਦਿਨ, ਉਹਨੇ ਬੈਠਣਾ ਹੀ ਹੈ, ਉਹਨੂੰ એનર્ਜੀ ਘੱਟ ਚਾਹੀਦੀ ਹੈ, ਡਾਈਟ ਉਹਦੀ ਰਿਸਟ੍ਰਿਕਟਡ ਹੋਣੀ ਚਾਹੀਦੀ ਆ। ਇੱਕ ਉਹ ਹੀ ਬੰਦਾ ਜਿਹੜਾ ਸਪੋਰਟਸਮੈਨ ਆ ਜਾਂ ਕੋਈ ਲੇਬਰ ਹੈਗਾ, ਉਹਨੂੰ ਉਨੀ એનર્ਜੀ ਜ਼ਿਆਦਾ ਚਾਹੀਦੀ ਹੈ। ਇਸ ਕਰਕੇ ਸਾਰਿਆਂ ਨੂੰ ਸੇਮ ਡਾਈਟ ਨਹੀਂ ਸੂਟ ਕਰਦੀ। ਔਰ ਇਹ ਵੀ ਨਹੀਂ ਕਹਿ ਸਕਦੇ ਕਿ ਹਾਂ ਸਾਰਿਆਂ ਨੂੰ ਹਾਈ ਪ੍ਰੋਟੀਨ ਦੇ ਦਿਓ, ਜਾਂ ਕਈ ਵਾਰ ਅੱਜ ਕੱਲ੍ਹ ਮੈਂ ਦੇਖਿਆ ਕਿ ਕਾਫੀ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਤੇ ਕਾਫੀ ਆਉਂਦਾ ਹੈ ਕਿ ਜੀਰਾ ਪਾਣੀ ਲੈ ਲਓ ਵੇਟ ਘੱਟ ਜਾਏਗਾ, ਜਾਂ ਫਿਰ ਤੁਸੀਂ ਅਜਵਾਇਨ ਪਾਣੀ ਲੈ ਲਓ ਵੇਟ ਘੱਟ ਜਾਏਗਾ। ਇਹ ਸਾਰੇ ਮਿਸ ਨੇ। ਐਕਚੁਅਲੀ ਬੋਡੀ ਟਾਈਪ ਹੈ ਤੁਹਾਡੀ। ਮੈਂ ਆਪਣੇ ਹਮੇਸ਼ਾ ਕਲਾਇੰਟਸ ਨੂੰ ਇਹ ਰਿਕਮੈਂਡ ਕਰਦੀ ਹਾਂ ਕਿ ਸਵੇਰੇ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਨਟਸ ਦੇ ਨਾਲ ਕਰੋ। ਅੱਛਾ, ਹਾਂ, ਬਜਾਏ ਕਿ ਤੁਸੀਂ ਹਲਦੀ ਦਾ ਪਾਣੀ ਲੈ ਰਹੇ ਹੋ, ਕਿਉਂਕਿ ਇਹ ਹਰ ਇੱਕ ਚੀਜ਼ ਜਿਹੜੀ ਹੈਗੀ ਨਾ, ਉਹ ਮਤਲਬ ਉਹਦਾ ਇੱਕ ਰੀਜ਼ਨ ਹੁੰਦਾ ਉਹਦੇ ਪਿੱਛੇ। ਅਗਰ ਸਬਜ਼ੀ 'ਚ ਆਪਾਂ ਹਲਦੀ ਪਾ ਰਹੇ ਹੋ, ਐਜ਼ ਅ ਐਂਟੀਸੈਪਟਿਕ ਕੰਮ ਕਰ ਰਹੀ, ਕਲਰ ਵੀ ਦੇ ਰਹੀ ਹੈ। ਠੀਕ ਹੈ, ਬਟ ਅਗਰ ਤੁਸੀਂ ਕਹੋ ਕਿ ਹਾਂ ਅੱਜ ਕੱਲ੍ਹ ਕਰਕਿਊਮਿਨ ਦੇ ਕੈਪਸੂਲਸ ਆ ਗਏ ਆ, ਹਲਦੀ ਦੇ ਕੈਪਸੂਲ ਆ ਗਏ, ਐਕਚੁਅਲੀ ਪਿੱਛੇ ਜਿਹੜੀ ਪੈਂਡੇਮਿਕ ਕੋਵਿਡ ਕਰਕੇ ਲੋਕਾਂ ਦੇ ਮਨ 'ਚ ਡਰ ਬਹੁਤ ਆ ਗਿਆ, ਹੈਲਥ ਕੌਨਸ਼ੀਅਸ ਹੋ ਗਏ ਲੋਕੀ, ਬਿਲਕੁਲ ਕਾਫੀ ਅਵੇਅਰ ਹੋ ਗਏ ਆਪਣੇ ਪ੍ਰਤੀ, ਤੇ ਇਹਦਾ ਫਾਇਦਾ ਫੂਡ ਇੰਡਸਟਰੀ ਨੇ ਬਹੁਤ ਉਠਾਇਆ। ਜਿਹੜੀ ਫੂਡ ਇੰਡਸਟਰੀ ਆ ਉਹਨੇ ਹਰ ਪਾਸੇ ਇਮਿਊਨਿਟੀ ਲਗਾਤੀ, ਡੀਟੌਕਸ ਲਗਾਤਾ। ਅਗਰ ਟੀ ਦੀ ਗੱਲ ਕਰੀਏ ਤਾਂ ਇਮਿਊਨਿਟੀ ਬੂਸਟਰ ਟੀ ਲਿਖ ਦਿੱਤੀ, ਇਮਿਊਨਿਟੀ ਬੂਸਟਰ ਪਾਊਡਰ ਆ ਗਿਆ, ਇਮਿਊਨਿਟੀ ਬੂਸਟਰ ਵੇ ਪ੍ਰੋਟੀਨ ਆ ਗਿਆ, ਮਤਲਬ ਹਰ ਚੀਜ਼ ਉਹਨੇ ਇਮਿਊਨਿਟੀ ਵਰਡ ਲਗਾਤਾ। ਔਰ ਸਾਡੇ ਮਨ 'ਚ ਸਿਰਫ ਇਹੀ ਆ ਕਿ ਇਮਿਊਨਿਟੀ 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 ਇਮਿਊਨਿਟੀ। ਠੀਕ ਹੈ ਨਾ, ਆਪਾਂ ਬਸ ਦੇਖਿਆ ਡੱਬੇ ਦੇ ਉੱਪਰ ਇਮਿਊਨਿਟੀ ਲਿਖਿਆ ਹੋਇਆ, ਚਾਹੇ ਉਹ 'ਚ ਕੁਛ ਨਾ ਹੋਵੇ, ਆਪਾਂ ਡੱਬਾ ਕਰ ਲਿਆ ਬਸ ਕਿ ਮੇਰੀ ਇਮਿਊਨਿਟੀ ਬੂਸਟ ਹੋ ਗਈ। ਠੀਕ ਹੈ ਜੀ। ਇਮਿਊਨਿਟੀ ਦਾ ਮਤਲਬ ਕੀ ਹੈ ਕਿ ਇਹ ਨਹੀਂ ਹੈ ਕਿ ਤੁਹਾਡੀ ਇੱਕ ਦਿਨ 'ਚ ਇਮਿਊਨਿਟੀ ਬੂਸਟ ਹੋ ਜਾਣੀ ਹੈ। ਅੱਜ ਮੈਂ ਤੁਹਾਨੂੰ ਪਲਾਨ ਦਊਂਗੀ ਜਾਂ ਅੱਜ ਮੈਂ ਤੁਹਾਨੂੰ ਕੁਝ ਲਿਖ ਕੇ ਦਊਂਗੀ ਕਿ ਤੁਸੀਂ ਇਮਿਊਨਿਟੀ ਬੂਸਟ ਕਰਨ ਨੂੰ ਆਹ ਲੈ ਲਓ, ਤਾਂ ਅਗਲੇ ਦਿਨ ਤੁਹਾਡੀ ਇਮਿਊਨਿਟੀ ਬੂਸਟ ਹੋ ਜਾਏਗੀ, ਨਹੀਂ। ਡੈਟ ਡਿਪੈਂਡਸ ਔਨ ਯੂ, ਤੁਹਾਡੀ ਬਾਡੀ, ਤੁਸੀਂ ਆਪਣੀ ਬਾਡੀ ਦੀ ਕੇਅਰ ਕਿਵੇਂ ਕਰ ਰਹੇ ਹੋ ਜੀ। ਠੀਕ ਹੈ, ਤਾਂ ਤੁਸੀਂ ਬਰੀਥਿੰਗ ਐਕਸਰਸਾਈਜ਼ ਕਰ ਰਹੇ ਹੋ, ਤੁਸੀਂ ਐਕਸਰਸਾਈਜ਼ ਜਾਂ ਯੋਗਾ ਕਰ ਰਹੇ ਹੋ, ਤੁਸੀਂ ਮੈਡੀਟੇਸ਼ਨ ਕਰ ਰਹੇ ਹੋ, ਤੁਸੀਂ ਡਾਈਟ ਕਿਹੜੀ ਲੈ ਰਹੇ ਹੋ। ਠੀਕ ਹੈ, ਹੁਣ ਇਮਿਊਨਿਟੀ ਬੂਸਟਰ ਫੂਡਸ ਕਾਫੀ ਆ ਜਾਂਦਾ, ਜਿਵੇਂ ਵਿਟਾਮਿਨ ਸੀ ਰਿਚ ਫੂਡਸ ਬੋਲਦੀ ਹੈ, ਉਹਦੇ ਵਿੱਚ ਔਰੇਂਜਸ ਹੋ ਗਏ, ਆਮਲਾ ਹੋ ਗਿਆ ਆਪਣਾ, ਦੈਨ ਆਪਣਾ ਗੁਆਵਾ ਹੋ ਗਿਆ, ਇਹ ਸਾਰੇ ਵਿਟਾਮਿਨ ਸੀ ਰਿਚ ਫੂਡਸ ਆ। ਠੀਕ ਹੈ ਜੀ, ਇਹ ਇਮਿਊਨਿਟੀ ਬੂਸਟ ਕਰਦੇ, ਨੋ ਡਾਊਟ ਤੁਹਾਡੀ ਇਮਿਊਨਿਟੀ ਬੂਸਟ ਕਰਦੇ। ਪਰ ਅਗਰ ਆਪਾਂ ਚਾਹੀਏ ਕਿ ਹਾਂ ਇੱਕ ਦਿਨ 'ਚ ਅਸੀਂ ਇਮਿਊਨਿਟੀ ਬੂਸਟ ਕਰ ਲਾਂਗੇ, ਦੈਟ ਇਜ਼ ਉਹ ਨਹੀਂ ਹੋ ਸਕਦਾ। ਆਪਣੀ ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਚੱਲ ਰਿਹਾ ਆਰੋਗ ਜੀਵਨ। ਆਰੋਗ ਜੀਵਨ ਪ੍ਰੋਗਰਾਮ ਦੇ ਵਿੱਚ ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com.
ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਆਰੋਗ ਜੀਵਨ ਦੇ ਵਿੱਚ। ਡਾਈਟੀਸ਼ੀਅਨ ਮਨਦੀਪ ਕੌਰ ਜੀ ਸਟੂਡੀਓ ਦੇ ਵਿੱਚ ਅੱਜ ਮੇਰੇ ਨਾਲ ਨੇ ਤੇ ਗੱਲਬਾਤ ਅਸੀਂ ਲਗਾਤਾਰ ਕਰ ਰਹੇ ਹਾਂ ਤੇ ਇਹਨਾਂ ਤੋਂ ਜਾਣਦੇ ਹਾਂ ਕਿ weight loss ਲਈ ਬਹੁਤ ਸਾਰੇ ਪੇਸ਼ੈਂਟ ਜਿਹੜੇ ਹੈ ਤੁਹਾਡੇ ਕੋਲ ਆਉਂਦੇ ਹੋਣਗੇ, ਕਲਾਇੰਟਸ ਬਹੁਤ ਸਾਰੇ ਆਉਂਦੇ ਹੋਣਗੇ ਕਿਉਂਕਿ ਵਜ਼ਨ ਘਟਾਣਾ हर कोई बहुत ज़रूरी समझदा है। हर एक नूं लगदा है कि वजन घटा के मैं फिट हो जाऊंगा, हुंदा भी है ना। वजन घटाने तो बाद इंसान फिट महसूस करदा है, अच्छा महसूस करदा है। ते जदों कोई सब तो पहली वारी तुहाडे कोल आंदा है ते किहड़ी चीज़ जिहड़ी तुसीं ध्यान दे विच रखदे हो, किस तरह डाइट प्लान जिहड़ी ओह कीती जांदी है? जी एक्चुअली आजकल हर कोई वेट लॉस वास्ते अवेयर है। हर एक बंदा चाहता कि वो चंगा दिखे, सोहना दिखे, ਉਹਦੀ ਫਿਜ਼ੀਕ ਸੋਹਣੀ ਹੋਵੇ ਔਰ ਨੋ ਡਾਊਟ ਇਹ ਹੋਣਾ ਵੀ ਚਾਹੀਦਾ। ਹਾਂ, ਆਪਣੀ ਬਾਡੀ ਨੂੰ ਪਿਆਰ ਕਰਨਾ ਚਾਹੀਦਾ। ਜਿਹੜਾ ਬੰਦਾ ਆਪਣੇ ਆਪ ਨੂੰ ਪਿਆਰ ਕਰੇ ਮਤਲਬ ਉਹ ਫਿੱਟ ਹੀ ਫਿੱਟ ਹੈ ਮੇਰੀ ਨਜ਼ਰਾਂ ਵਿੱਚ। ਬੇਸਿਕਲੀ ਕੀ ਹੈ ਕਿ ਜਦੋਂ ਵੀ ਮੇਰੇ ਕੋਲ ਕੋਈ ਪੇਸ਼ੈਂਟ ਆਂਦਾ ਹੈ ਆਪਾਂ ਪਹਿਲਾਂ ਉਹਨਾਂ ਦਾ ਮੈਡੀਕਲ ਕੰਡੀਸ਼ਨ ਦੇਖਦੇ ਹਾਂ। ਮੈਡੀਕਲ ਕੰਡੀਸ਼ਨ ਕੀ ਹੈ? ਬੇਸਿਕਲੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਜ਼ਿਆਦਾ ਖਾਂਦੇ ਹੋ ਤਾਂ ਤੁਹਾਡਾ ਓਵਰਵੇਟ ਹੋ ਗਿਆ। ਕਈ ਵਾਰ ਹਾਰਮੋਨਲ ਪ੍ਰੋਬਲਮਸ ਵੀ ਹੁੰਦੀਆਂ, ਹਾਰਮੋਨਲ ਡਿਸਆਰਡਰ ਕਰਕੇ ਜਾਂ ਕੋਈ ਸਰਜੀਕਲ ਪ੍ਰੋਬਲਮ ਆ ਗਈ, ਕਿਸੇ ਦੀ ਇੰਜਰੀ ਹੋ ਗਈ, ਕੋਈ ਫ੍ਰੈਕਚਰ ਹੋ ਗਿਆ, ਉਹਦੇ ਕਰਕੇ ਵੀ ਵੇਟ ਗੇਨ ਹੋ ਸਕਦਾ। ਪਹਿਲਾਂ ਆਪਾਂ ਕੰਡੀਸ਼ਨ ਦੇਖਣੀ ਉਹਨਾਂ ਦੀ ਕਿ ਉਹਨਾਂ ਦਾ ਵੇਟ ਗੇਨ ਕਿਸ ਰੀਜ਼ਨ ਕਰਕੇ ਹੋਇਆ। ਅੱਜ ਕੱਲ੍ਹ ਸਟ੍ਰੈਸ ਬਹੁਤ ਲੋਕਾਂ ਨੂੰ ਹੈ। ਕਈ ਲੋਕ ਸਟ੍ਰੈਸ ਦੇ ਨਾਲ ਕੋਈ ਡਿਸਆਰਡਰ ਹੋ ਗਿਆ, ਬਾਈਪੋਲਰ ਡਿਸਆਰਡਰ ਹੋ ਗਿਆ ਜਾਂ ਕੋਈ ਵੀ ਇੱਦਾਂ ਦਾ ਕੋਈ ਪ੍ਰੋਬਲਮ ਹੋ ਗਈ ਸਟ੍ਰੈਸ ਰਿਲੇਟਡ ਤਾਂ ਕੀ ਹੈ ਵੇਟ ਗੇਨ ਹੋ ਜਾਂਦਾ ਜੀ। ਉਹਦੇ ਵਿੱਚ ਕੀ ਬੇਸਿਕਲੀ ਪਹਿਲਾਂ ਆਪਾਂ ਉਹਨਾਂ ਦੀ ਦਿਨਚਰਿਆ ਦੇਖਾਂਗੇ ਕਿ ਉਹਨਾਂ ਦੀ ਰੂਟੀਨ ਡੇਲੀ ਕੀ ਹੈ। ਬੇਸਿਕਲੀ ਕੀ ਹੁੰਦਾ ਕਿ ਜਿਹੜਾ ਇੰਡੀਅਨ ਡਾਈਟ ਹੈ ਕਿ ਆਪਾਂ ਵੀਟ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ, ਪ੍ਰੈਫਰੈਂਸ ਉਹਨੂੰ ਵੀਟ ਨੂੰ ਦਿੰਦੇ ਹਾਂ। ਉਹਦੇ ਵਿੱਚ ਕੀ ਹੁੰਦਾ ਕਿ ਆਪਾਂ ਸਾਰਾ ਦਿਨ ਲਾਈਕ ਸਵੇਰੇ 2 ਫੁਲਕੇ ਲੈ ਲਏ, ਦੁਪਹਿਰ ਨੂੰ 2 ਫੁਲਕੇ ਲੈ ਲਏ, ਸ਼ਾਮ ਨੂੰ 2 ਫੁਲਕੇ ਲੈ ਲਏ, ਮਤਲਬ ਵੀਟ ਨੂੰ ਪ੍ਰੈਫਰੈਂਸ ਦਿੱਤੀ। ਹਾਂ, ਆਪਾਂ ਸੈਲਡ ਲੈ ਰਹੇ ਉਹਦੇ ਨਾਲ ਨਹੀਂ। ਕੀ ਹੁੰਦਾ ਬੇਸਿਕਲੀ ਅਗਰ ਮੈਂ ਆਪਣੇ ਕਲਾਇੰਟਸ ਨੂੰ ਪੁੱਛਾਂ ਜਾਂ ਪੇਸ਼ੈਂਟਸ ਨੂੰ ਪੁੱਛਾਂ ਕਿ ਤੁਸੀਂ ਕੀ ਡਾਈਟ ਲੈ ਰਹੇ ਹੋ, ਉਹ ਕਹੋਗੇ ਮੈਂ ਪੁੱਛਾਂ ਸੈਲਡ ਲੈ ਰਹੇ ਜੀ ਲੈ ਰਹੇ ਹਾਂ। ਕਿੰਨਾ ਲੈ ਰਹੇ ਹੋ ਜੀ? ਰੋਟੀ ਦੇ ਨਾਲ ਜਿੰਨਾ ਖਾਧਾ ਗਿਆ, 2 ਖੀਰੇ ਦੇ ਪੀਸ ਜਾਂ 2 ਪਿਆਜ਼ ਦੇ ਪੀਸ, ਦੈਟ ਇਜ਼ ਨਾਟ ਕਾਲਡ ਫਾਈਬਰ। ਠੀਕ ਹੈ ਨਾ, ਇਹ ਫਾਈਬਰ ਨਹੀਂ ਹੈ। ਫਾਈਬਰ ਦਾ ਮਤਲਬ ਇੱਕ ਫੁੱਲ ਪਲੇਟ, ਇੱਕ ਪ੍ਰੋਪਰ ਇੱਕ ਖੀਰਾ, ਇੱਕ ਮੂਲੀ, ਇੱਕ ਅਨੀਅਨ, ਇੱਕ ਤੁਸੀਂ ਬੀਟਰੂਟ ਜਿਹੜੀ ਚੁਕੰਦਰ ਹੁੰਦੀ ਹੈ ਉਹਨੂੰ ਆਪਾਂ ਫਾਈਬਰ ਗਿਣਦੇ ਹਾਂ ਪ੍ਰੋਪਰ, ਅਗਰ ਤੁਸੀਂ ਫੁੱਲ ਪਲੇਟ ਲੈਂਦੇ ਹੋ। ਔਰ ਕਦੇ ਵੀ ਸੈਲਡ ਖਾਣੇ ਦੇ ਨਾਲ ਨਾ ਖਾਓ ਕਿਉਂਕਿ ਖਾਣਾ ਫਿਰ ਜਾਂ ਤੁਸੀਂ ਖਾਣਾ ਖਾਓਗੇ ਜਾਂ ਤੁਸੀਂ ਸਲਾਦ ਖਾਓਗੇ। ਜਿਹੜਾ ਸਲਾਦ ਆ ਉਹ ਹਮੇਸ਼ਾ 15 ਮਿੰਟ ਪਹਿਲਾਂ ਜਾਂ ਫਿਰ ਮਿਡ ਮਾਰਨਿੰਗ ਵਿੱਚ ਜਿਵੇਂ 11 ਵਜੇ, ਕਿਉਂਕਿ ਜਦੋਂ ਸਾਨੂੰ ਭੁੱਖ ਲੱਗੀ ਹੁੰਦੀ ਨਾ ਸਾਡੀ ਜਿਹੜੀ ਨਿਊਟ੍ਰੀਐਂਟ ਐਬਜ਼ੌਰਪਸ਼ਨ ਆ ਉਹ ਵਧੀਆ ਤਰੀਕੇ ਨਾਲ ਹੁੰਦੀ ਹੈ। ਠੀਕ ਹੈ ਨਾ। ਈਵਨ ਮੈਂ ਤਾਂ ਇਹ ਰਿਕਮੈਂਡ ਕਰਦੀ ਕਿ ਸਵੇਰੇ ਕੋਈ ਉੱਠੇ ਅਰਲੀ ਮਾਰਨਿੰਗ ਉੱਠ ਕੇ ਇੱਕ ਐਪਲ ਲੈ ਲਓ, ਸਭ ਤੋਂ ਵਧੀਆ ਹੈ। ਜਿਹੜੇ ਐਪਲ ਹੈ ਉਹ ਸਾਨੂੰ ਮਤਲਬ ਪ੍ਰੋਪਰਲੀ ਵੇਕਅਪ ਵੀ ਕਰ ਦਿੰਦੇ ਨੇ। ਠੀਕ ਹੈ, ਉੱਦਾਂ ਵੀ ਨਿਊਟ੍ਰੀਐਂਟ ਐਬਜ਼ੌਰਪਸ਼ਨ ਸਭ ਤੋਂ ਜ਼ਿਆਦਾ ਹੈ ਕਿਉਂਕਿ ਉਸ ਟਾਈਮ ਬੋਡੀ ਨੂੰ ਇੱਕ ਤਾਂ ਭੁੱਖ ਲੱਗੀ ਹੁੰਦੀ ਹੈ, ਇੱਕ ਗੈਪ ਇੰਨਾ ਹੁੰਦਾ ਕਿ ਨਿਊਟ੍ਰੀਐਂਟਸ ਪ੍ਰੋਪਰਲੀ ਐਬਜ਼ੌਰਬ ਹੁੰਦੇ ਨੇ। ਠੀਕ ਹੈ। ਔਰ ਦੂਸਰਾ ਕਿ ਪ੍ਰੋਟੀਨ ਇਨਟੇਕ, ਤੁਹਾਡਾ ਪ੍ਰੋਟੀਨ ਇਨਟੇਕ ਕਿੰਨਾ ਹੈਗਾ। ਔਰ ਸਭ ਤੋਂ ਜਿਹੜਾ ਇੰਪੋਰਟੈਂਟ ਹੈ ਉਹ ਹੈਗਾ ਵਾਟਰ, ਕਿ ਤੁਹਾਡਾ ਪਾਣੀ ਦਾ ਇਨਟੇਕ ਕਿੰਨਾ ਹੈਗਾ। ਬੇਸਿਕਲੀ ਕੀ ਹੁੰਦਾ ਕਿ ਆਪਾਂ ਪਾਣੀ ਬਹੁਤ ਘੱਟ ਲੈਂਦੇ ਹਾਂ, 3 ਤੋਂ 4 ਗਲਾਸ। ਅਗਰ ਮੈਂ ਬੋਲਾਂ ਕਿ ਤੁਸੀਂ ਕਿੰਨਾ ਪਾਣੀ ਲੈ ਰਹੇ ਹੋ, ਤੁਸੀਂ ਮੈਨੂੰ ਇਹੀ ਬੋਲੋਗੇ ਕਿ ਮੈਂ ਪੂਰੇ ਦਿਨ 'ਚ ਬਹੁਤ ਪਾਣੀ ਪੀਂਦੀ ਹਾਂ। ਪਰ ਅਗਰ ਆਪਾਂ ਉਹਨੂੰ ਗਿਣੀਏ, ਕਾਊਂਟ 'ਚ ਲੈ ਕੇ ਆਈਏ ਤਾਂ ਮੇਰਾ ਖਿਆਲ ਆਪਾਂ 1 ਬੋਟਲ ਵੀ ਨਹੀਂ ਫਿਨਿਸ਼ ਕਰਦੇ। ਬਿਲਕੁਲ ਠੀਕ ਗੱਲ ਜੀ ਨਾ। ਹੁਣ ਜਦੋਂ ਵੀ ਅਸੀਂ ਡਾਈਟ ਬਣਾਉਂਦੇ ਸਭ ਤੋਂ ਪਹਿਲਾਂ ਮੈਂ ਪਾਣੀ ਦਾ ਇਨਟੇਕ ਸਹੀ ਕਰਾਉਂਦੀ ਹਾਂ। ਘੱਟੋ ਘੱਟ 12 ਤੋਂ 15 ਗਿਲਾਸ ਪਾਣੀ ਦੇ ਪੀਣੇ ਹੀ ਪੀਣੇ ਹੈਗੇ ਆ ਕਲਾਇੰਟ ਨੇ। ਉਹਦੇ ਵਿੱਚ ਕੀ ਹੁੰਦਾ ਕਿ ਇੱਕ ਅਗਰ ਆਪਾਂ ਗਲਾਸ ਪਾਣੀ ਦਾ ਪੀਂਦੇ, ਇੱਕ ਤਾਂ ਸਾਡੀ ਬਾਡੀ ਹਾਈਡਰੇਟ ਹੁੰਦੀ ਹੈ, ਦੂਸਰਾ 1 ਗਲਾਸ ਪਾਣੀ ਦਾ 3 ਕੈਲੋਰੀਜ਼ ਬਰਨ ਕਰ ਦਿੰਦਾ। ਅੱਛਾ। ਹਾਂ, ਹੁਣ ਤੁਸੀਂ ਸੋਚੋ ਕਿ ਅਗਰ ਮੈਂ 10 ਗਲਾਸ ਪਾਣੀ ਦੇ ਪੀਤੇ ਤਾਂ ਮੇਰਾ ਕਿੰਨਾ ਬ੍ਰੇਕਡਾਊਨ ਹੋ ਗਿਆ, 30 ਕੈਲੋਰੀਜ਼ ਮੇਰੀਆਂ ਬ੍ਰੇਕ ਹੋ ਗਈਆਂ। ਠੀਕ ਹੈ। ਜਿਹੜਾ ਆਪਾਂ 15 ਮਿੰਟ ਜਾਂ ਮੇਰੇ ਖਿਆਲ ਅੱਧਾ ਘੰਟਾ ਅਗਰ ਮੈਂ ਪ੍ਰੋਪਰਲੀ ਟ੍ਰੈਡਮਿਲ ਕਰਦੀ ਹਾਂ ਤਾਂ ਮੇਰੀ ਕੈਲੋਰੀਜ਼ ਬਰਨ ਹੁੰਦੀਆਂ ਉਹਦੇ ਉੱਤੇ। ਠੀਕ ਹੈ ਨਾ। ਤੇ ਇਹ ਮੈਂ ਸਿੰਪਲੀ ਕਰ ਲਿਆ ਪਾਣੀ ਪੀ ਕੇ। ਠੀਕ ਹੈ ਨਾ। ਹਾਈਡਰੇਸ਼ਨ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੀ ਐਬਜ਼ੌਰਪਸ਼ਨ ਹੈ, ਨਿਊਟ੍ਰੀਐਂਟ ਐਬਜ਼ੌਰਪਸ਼ਨ ਹੈਗੀ ਹੈ ਜਾਂ ਫਿਰ ਨਿਊਟ੍ਰੀਐਂਟ ਜਿਹੜੀ ਆਪਣਾ ਸਰਕੂਲੇਸ਼ਨ ਆ ਬਲੱਡ ਦੇ ਥਰੂ ਨਿਊਟ੍ਰੀਐਂਟਸ ਦੀ, ਉਹ ਕਿਹਦੇ ਥਰੂ ਹੋਣੀ? ਪਾਣੀ ਦੇ ਥਰੂ ਹੋਣੀ ਹੈ। ਔਰ ਦੂਸਰਾ ਰੀਜ਼ਨ ਕਿ ਕਬਜ਼ ਦੀ ਪ੍ਰੋਬਲਮ, ਜਿੱਦਾਂ ਜਿਹੜੀ ਕੌਨਸਟੀਪੇਸ਼ਨ ਆ ਉਹ ਵੀ ਪਾਣੀ, ਅਗਰ ਤੁਹਾਡੀ ਬਾਡੀ ਡੀਹਾਈਡਰੇਟਿਡ ਹੈਗੀ ਆ ਤੁਹਾਨੂੰ ਸਟੂਲ ਪਾਸ ਕਰਨ 'ਚ ਵੀ ਪ੍ਰੋਬਲਮ ਆਏਗੀ। ਠੀਕ ਹੈ ਨਾ। ਸਟੂਲ ਹਾਰਡ ਹੋਏਗੀ। ਉਹਨਾਂ ਕੀ ਹੁੰਦਾ ਕਿ ਸਾਡਾ ਜਿਹੜਾ ਸਾਰਾ ਸਿਸਟਮ ਹੈ ਉਹ ਖਰਾਬ ਹੋ ਜਾਂਦਾ। ਔਰ ਕਈ ਵਾਰ ਐਵੇਂ ਹੁੰਦਾ ਕਿ ਤੁਹਾਨੂੰ ਥਰਸਟੀ ਫੀਲਿੰਗ ਹੈਗੀ ਆ, ਤੁਹਾਨੂੰ ਪਾਣੀ ਦੀ ਪਿਆਸ ਹੈਗੀ ਆ, ਪਰ ਤੁਸੀਂ ਕਨਫਿਊਜ਼ ਹੋ ਜਾਂਦੇ ਹੋ, ਤੁਸੀਂ ਪਾਣੀ ਪੀਣਾ ਨਹੀਂ ਹੈਗਾ, ਤੁਹਾਨੂੰ ਲੱਗਦਾ ਕਿ ਮੈਨੂੰ ਭੁੱਖ ਲੱਗ ਗਈ ਹੈ ਤੇ ਤੁਸੀਂ ਕੁਛ ਨਾ ਕੁਛ ਖਾ ਲੈਂਦੇ ਉਸ ਟਾਈਮ 'ਤੇ। ਤਾਂ ਸਭ ਤੋਂ ਅਗਰ ਤੁਸੀਂ ਆਪਣਾ weight loss ਕਰਨਾ ਹੈਗਾ, ਆਪਣੀ ਡਾਈਟ ਇੰਪਰੂਵ ਕਰਨੀ ਹੈਗੀ ਹੈ, ਸਭ ਤੋਂ ਪਹਿਲਾਂ ਜਿਹੜਾ ਹੈਗਾ ਇੰਪੋਰਟੈਂਟ ਪਾਰਟ ਉਹ ਹੈਗਾ ਪਾਣੀ ਦਾ। ਜੀ।
ਘੱਟੋ ਘੱਟ 10 ਤੋਂ 15 ਗਲਾਸ ਪਾਣੀ ਜ਼ਰੂਰ ਜਿਹੜੇ ਸਾਨੂੰ ਦਿਨ ਦੇ ਵਿੱਚ ਲੈਣੇ ਚਾਹੀਦੇ। ਇੱਥੇ ਮਨਦੀਪ ਜੀ ਇੱਕ ਹੋਰ ਗੱਲ ਮੈਂ ਕਰਨੀ ਚਾਹੂੰਗੀ ਕਿ ਜੇ ਖਾਸ ਤੌਰ ਤੇ ਮੈਂ ਨੌਜਵਾਨ ਪੀੜ੍ਹੀ ਦੀ ਗੱਲ ਕਰਾਂ ਹੈ ਨਾ, ਜੇ ਉਹਨਾਂ ਨੇ weight ਘਟਾਉਣਾ ਹੈ ਨਾ ਤੇ ਉਹਨਾਂ ਨੂੰ ਇੱਕੋ ਹੀ ਰਸਤਾ ਨਜ਼ਰ ਆਉਂਦਾ ਕਿ ਅਸੀਂ ਡਾਈਟਿੰਗ ਕਰ ਲੈਂਦੇ ਹਾਂ, ਹੈ ਨਾ, ਮੀਲ ਸਕਿਪ ਕਰ ਦਈਏ, ਸਾਰਾ ਦਿਨ ਇੱਕ ਅੱਧਾ ਕੋਈ ਫਰੂਟ ਲੈ ਲਈਏ, ਬਿਲਕੁਲ ਹੀ ਮੀਲ ਸਕਿਪ ਕਰ ਦਈਏ, ਜਾਂ ਪਾਣੀ ਤੇ ਫਰੂਟ ਬਸ ਇਦਾਂ ਲੈ ਲਈਏ, ਜਾਂ ਬਹੁਤ ਥੋੜੀ ਮਾਤਰਾ ਦੇ ਵਿੱਚ ਲਈ ਤੇ ਅਸੀਂ ਪਤਲੇ ਹੋ ਜਾਵਾਂਗੇ। ਉਹ ਪਤਲੇ ਹੋ ਵੀ ਜਾਂਦੇ ਆ। ਤੇ ਜੇ ਜਿਹੜੇ ਲੋਕ ਇਸ ਤਰ੍ਹਾਂ ਦਾ ਰੂਟੀਨ ਫੋਲੋ ਕਰਦੇ ਨੇ ਉਹਨਾਂ ਨੂੰ ਸਾਈਡ ਇਫੈਕਟਸ ਵੀ ਹੁੰਦੇ ਨੇ। ਜੀ ਐਕਚੁਅਲੀ ਜਿਹੜਾ ਡਾਈਟਿੰਗ ਹੈ ਨਾ, ਕੋਈ ਵੀ ਚੀਜ਼ ਦਾ ਸ਼ਾਰਟਕਟ ਹੈਗਾ ਉਹ ਕਦੇ ਵੀ ਸਹੀ ਨਹੀਂ ਹੁੰਦਾ ਜੀ। ਸ਼ਾਰਟਕਟ ਰਾਸਤਾ ਵੀ ਲੋ ਤੇ ਉਹਦੇ ਵਿੱਚ ਵੀ ਕੋਈ ਨਾ ਕੋਈ ਹਰਡਲ ਪ੍ਰੋਬਲਮ ਆ ਜਾਂਦੀ ਹੈ। ਇਸ ਕਰਕੇ ਕਿਸੇ ਵੀ ਚੀਜ਼ ਦਾ ਸ਼ਾਰਟਕਟ ਨਹੀਂ ਹੋਣਾ ਚਾਹੀਦਾ। ਬੇਸਿਕਲੀ ਅਗਰ ਆਪਾਂ ਦੇਖਣਾ ਸਸਟੇਨੇਬਲ weight loss ਕਿ ਜਿਹਦੀ ਸਸਟੇਨੇਬਿਲਿਟੀ ਰਵੇ, ਠੀਕ ਹੈ ਨਾ। ਕੀ ਹੁੰਦਾ ਕਿ ਆਪਾਂ weight loss ਤਾਂ ਕਰ ਲਿਆ, ਨੋ ਡਾਊਟ ਉਸ ਟਾਈਮ ਤੇ ਓਬਵੀਅਸਲੀ ਆ weight loss ਦੀ ਥਿਊਰੀ ਕੀ ਹੈਗੀ, ਪ੍ਰਿੰਸੀਪਲ ਕੀ ਹੈਗਾ ਕਿ ਤੁਸੀਂ ਕੈਲੋਰੀਜ਼ ਘਟਾਈਆਂ, ਤੁਹਾਡਾ weight loss ਹੋ ਗਿਆ, ਠੀਕ ਹੈ। ਤੁਸੀਂ ਸਾਰਾ ਦਿਨ ਕੁਝ ਨਹੀਂ ਖਾਓਗੇ, ਤੁਹਾਡੀ ਬੋਡੀ ਜਿਹੜਾ ਤੁਹਾਡੇ ਫੈਟ ਸਟੋਰੇਜ ਕੀਤਾ ਹੋਇਆ ਉਹ ਤੋਂ ਫੈਟ ਕੱਢ ਕੇ ਤੁਹਾਡਾ ਕੈਲੋਰੀਜ਼ ਉਹਨੇ ਤੁਹਾਨੂੰ ਪ੍ਰੋਵਾਈਡ ਕਰੀ ਜਾਣੀਆਂ। ਉਹਨਾਂ ਕੀ ਆ, ਬੋਨਸ ਵੀਕ ਹੁੰਦੇ, ਠੀਕ ਹੈ ਨਾ। ਹੁਣ ਤੁਹਾਡੀ ਬੋਡੀ ਦੀ ਕੈਲਸ਼ੀਅਮ ਰਿਕੁਆਇਰਮੈਂਟ ਹੈਗੀ ਹੈ ਤੇ ਤੁਸੀਂ ਕੈਲਸ਼ੀਅਮ ਲੈ ਨਹੀਂ ਰਹੇ ਹੋ, ਜਾਂ ਤੁਸੀਂ ਫਰੂਟ ਜਾਂ ਕੁਝ ਵੀ ਤੁਸੀਂ ਡਾਈਟ ਲੈ ਨਹੀਂ ਰਹੇ ਹੋ, ਸਕਿਪ ਕਰ ਰਹੇ ਹੋ, ਡਾਈਟਿੰਗ ਕਰ ਰਹੇ ਹੋ, ਉਹਨੇ ਕੈਲਸ਼ੀਅਮ ਬੋਨਸ ਵਿੱਚੋਂ ਲੈਣਾ ਸ਼ੁਰੂ ਕਰ ਦੇਣਾ। ਇੱਕ ਵਾਰ ਜਦੋਂ ਬੋਨਸ ਆਸਟੀਓਪੋਰੋਟਿਕ ਹੋ ਗਏ, ਕੈਲਸ਼ੀਅਮ ਉਹਨੇ ਦੇਤਾ ਆਪਣਾ ਬੋਨਸ ਨੇ, ਉਸ ਤੋਂ ਬਾਅਦ ਉਹ ਕਦੇ ਵੀ ਰਿਪੇਅਰ ਨਹੀਂ ਹੋ ਸਕਦੀ। ਠੀਕ ਹੈ ਨਾ। ਕਾਫੀ ਕੇਸਿਸ ਮੇਰੇ ਕੋਲ ਆਉਂਦੇ ਨੇ ਪੇਸ਼ੈਂਟਸ ਦੇ ਕਿ ਡਾਈਟਿੰਗ ਕੀਤੀ, ਲਾਈਕ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਕਾਫੀ ਪ੍ਰਮੋਸ਼ਨ ਹੁੰਦੀ ਹੈ ਐਪਲ ਸਾਈਡਰ ਵਿਨੇਗਰ ਦੀ, ਲੈਮਨ ਜੂਸ ਦੀ, ਲੈਮਨ ਜੂਸ। ਉਹ ਵੀ ਕੀ ਕਰਦਾ ਕਿ ਆਪਾਂ ਕੁਝ ਖਾ ਰਹੇ ਨਹੀਂ ਆ, ਐਸਿਡਿਟੀ ਕ੍ਰੀਏਟ ਹੋ ਰਹੀ ਹੈ ਬੋਡੀ 'ਚ, ਬੋਨ ਆਸਟੀਓਪੋਰੋਟਿਕ ਹੋ ਰਹੇ ਆ, ਮਤਲਬ ਅਰਲੀ ਏਜ ਵਿੱਚ। ਜਿਵੇਂ ਕਿ ਆਪਾਂ ਧੁੱਪੇ ਨਿਕਲਦੇ ਨਹੀਂ ਹੈਗੇ, ਧੁੱਪ ਲੈਂਦੇ ਨਹੀਂ ਹੈਗੇ, ਵਿਟਾਮਿਨ ਡੀ ਲੋ ਹੋ ਜਾਂਦਾ। ਇੱਕ ਮੇਰੇ ਕੋਲ ਹੁਣੇ ਕੇਸ ਆਇਆ ਸੀ ਰੀਸੈਂਟ ਜੀ, ਤੇ 14 ਸਾਲ ਦੀ ਲੜਕੀ ਸੀ ਜਿਹਨੇ ਇੱਦਾਂ ਡਾਈਟਿੰਗ ਕੀਤੀ, ਮਤਲਬ weight loss ਕੀਤਾ ਆਪਣਾ, ਔਰ ਉਹਦੇ ਬੋਨ ਆਸਟੀਓਪੋਰੋਟਿਕ ਹੋ ਗਏ। ਮਤਲਬ ਉਹਦਾ ਇੱਦਾਂ ਹੋ ਗਿਆ ਸੀ ਕਿ ਵਿਟਾਮਿਨ ਡੀ ਕਾਫੀ ਲੋ ਆ ਗਿਆ ਸੀ, 10 ਤੇ ਹੀ ਰਹਿ ਗਿਆ ਸੀ ਉਹਦਾ ਵਿਟਾਮਿਨ ਡੀ, ਔਰ ਉਹਦੇ ਬੈਠੇ ਬੈਠੇ ਬੋਨਸ ਫ੍ਰੈਕਚਰ ਹੋਣੇ ਸ਼ੁਰੂ ਹੋ ਗਏ ਸੀ। ਮਤਲਬ ਇੰਨੀ ਪ੍ਰੋਬਲਮ ਉਹਨੂੰ ਹੋਈ, ਮਤਲਬ ਉਹ ਸਿਰਫ ਡਾਈਟਿੰਗ ਕਰਕੇ। ਅੱਛਾ। ਤਾਂ ਡਾਈਟਿੰਗ ਜਿਹੜੀ ਹੈ, ਡਾਈਟਿੰਗ ਇਜ਼ ਨਾਟ ਦਾ ਥਿੰਗ ਕਿ ਤੁਸੀਂ ਉਹਨਾਂ weight loss ਕਰ ਲਓਗੇ। ਜੀ ਜ਼ਰੂਰ ਕਰ ਲਓਗੇ, ਪਰ ਉਹ ਸਸਟੇਨੇਬਲ ਨਹੀਂ ਰਹੇਗਾ। ਪੂਰੀ ਲਾਈਫ ਟਾਈਮ ਅਸੀਂ ਗੇਮ ਤਾਂ ਖੇਲਣੀ ਨਹੀਂ ਕਿ weight loss ਕਰ ਲਿਆ, weight gain ਕਰ ਲਿਆ। ਇੱਕ ਸਸਟੇਨੇਬਿਲਿਟੀ, ਠੀਕ ਹੈ ਨਾ, ਕਿ ਮੈਨੂੰ ਹੈਲਦੀ ਹੈਬਿਟਸ ਵੀ ਫੋਲੋ ਕਰਨੀਆਂ। ਹਾਂ, ਆਈ ਐਮ ਅ ਸੋਸ਼ਲ ਐਨੀਮਲ, ਲਾਈਕ ਮੈਂ ਸੋਸ਼ਲਾਈਜ਼ ਵੀ ਕਰਨਾ ਹੈਗਾ। ਹਾਂ, ਉਹਦੇ ਵਿੱਚ ਇਹ ਨਹੀਂ ਮੈਂ ਤੁਹਾਨੂੰ ਰੋਕਦੀ ਕਿ ਹਾਂ ਤੁਸੀਂ ਬਿਲਕੁਲ ਹੀ ਫਰਾਈਡ ਨਹੀਂ ਖਾਣਾ ਹੈਗਾ, ਬਿਲਕੁਲ ਫਾਸਟ ਫੂਡ ਨਹੀਂ ਖਾਣਾ ਹੈਗਾ। ਹਾਂ, ਅਗਰ ਤੁਸੀਂ ਲੈਂਦੇ ਹੋ ਤਾਂ ਉਹਨੂੰ ਬੈਲੈਂਸ ਕਰ ਲਓ, ਠੀਕ ਹੈ ਨਾ। ਔਰ ਡੇਲੀ ਤਾਂ ਕੋਈ ਵੀ ਨਹੀਂ ਖਾਂਦਾ ਕਿ ਬਾਹਰਲਾ ਫਰਾਈਡ ਖਾਵੇ ਜਾਂ ਬਾਹਰਲਾ ਫਾਸਟ ਫੂਡ ਖਾਵੇ। ਕਦੇ ਮਹੀਨੇ 'ਚ ਇੱਕ ਅੱਧੀ ਵਾਰ ਹੋ ਗਿਆ ਤਾਂ ਤੁਸੀਂ ਲੈ ਸਕਦੇ ਹੋ, ਬਟ ਉਹਨੂੰ ਬੈਲੈਂਸ ਕਰ। ਅੱਛਾ, ਇਦਾਂ ਵੀ ਹੁੰਦਾ ਹੈ ਕਿ ਜਦੋਂ ਇੱਕ ਵਾਰੀ ਅਸੀਂ ਡਾਈਟ ਬਹੁਤ ਘਟਾ ਦਿੰਦੇ ਹਾਂ, ਜਾਂ ਕੁਝ ਲੋਕ ਜਿਹੜੇ ਡਾਈਟਿੰਗ ਕਰਦੇ ਨੇ, ਜਦੋਂ ਦੁਬਾਰਾ ਉਸੇ ਹਿਸਾਬ ਨਾਲ ਖਾਣਾ ਸ਼ੁਰੂ ਕਰਦੇ ਨੇ ਤੇ weight ਜ਼ਿਆਦਾ ਵੱਧ ਜਾਂਦਾ, ਇੱਦਾਂ ਵੀ ਹੁੰਦਾ? ਜੀ ਉਹ ਤਾਂ ਹੈ ਹੀ ਹੈ। ਸਪੋਜ਼ ਤੁਸੀਂ ਰਾਤ ਦਾ ਆਪਣਾ ਜਿਹੜਾ ਖਾਣਾ ਹੈਗਾ ਆ, ਉਹ ਤੁਸੀਂ 2 ਚਪਾਤੀਆਂ ਲੈ ਰਹੇ ਸੀ, ਉਹ ਤੁਸੀਂ ਇੱਕਦਮ ਛੱਡ ਦਿੱਤਾ, ਜਿਹੜੀਆਂ 200-250 ਕੈਲੋਰੀਜ਼ ਹੈਗੀਆਂ ਬੋਡੀ ਦੀਆਂ, ਤੁਸੀਂ ਉਹ ਘਟਾ ਦਿੱਤੀਆਂ। ਤੇ ਉਹਦੇ ਵਿੱਚ ਕੀ ਹੈਗਾ ਕਿ ਤੁਸੀਂ ਓਬਵੀਅਸਲੀ weight loss ਕਰੋਗੇ, ਬਟ ਹੁਣ ਤੁਸੀਂ ਫੇਰ ਉਹ ਦੁਬਾਰਾ ਤੁਸੀਂ weight loss ਕਰ ਲਿਆ, 5 ਤੋਂ ਤੁਸੀਂ 10 ਕਿਲੋ weight loss ਕਰ ਲਿਆ ਉਹਦੇ ਥਰੂ, ਔਰ ਉਸ ਤੋਂ ਬਾਅਦ ਤੁਸੀਂ ਫੇਰ ਆਪਣੀ ਨੋਰਮਲ ਰੂਟੀਨ 'ਤੇ ਆਏ, ਤੁਸੀਂ ਫੇਰ ਰਾਤ ਦਾ ਖਾਣਾ ਸ਼ੁਰੂ ਕਰਦੇ। ਓਬਵੀਅਸਲੀ ਤੁਸੀਂ ਕੈਲੋਰੀਜ਼ ਜ਼ਿਆਦਾ ਲੈ ਰਹੇ ਹੋ, ਤੁਹਾਡੀ ਬੋਡੀ ਰਿਕੁਆਇਰਮੈਂਟ ਸੀ, weight gain 'ਚ ਆ ਜਾਏਗਾ। ਆਪਾਂ ਸਸਟੇਨੇਬਿਲਿਟੀ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਤੁਸੀਂ 2 ਰੋਟੀਆਂ ਵੀ ਖਾਣੀਆਂ, ਤੁਸੀਂ ਆਪਣੀ ਸਟੈਟੀ ਵੈਲਿਊ ਵੀ ਪੂਰੀ ਕਰਨੀ ਹੈ ਕਿ ਹਾਂ ਮੈਂ ਆਪਣਾ ਜਿਹੜੀ ਮੇਰੀ ਹੰਗਰ ਪੈਂਗਸ ਨਾ ਹੋਣ ਉਹ ਵੀ ਪੂਰੇ ਕਰਨੇ ਆ, ਤੇ ਉਹਦੇ ਵਾਸਤੇ ਇੱਕ ਡਾਈਟ ਐਕਸਪਰਟ ਦੀ ਜ਼ਰੂਰਤ ਪੈਂਦੀ ਹੈ, ਠੀਕ ਹੈ। ਉਹਦੇ ਵਿੱਚ ਕੀ ਹੈ ਕਿ ਆਪਾਂ ਤੁਹਾਨੂੰ ਆਪਸ਼ਨ ਦੇਵਾਂਗੇ, ਜਿਵੇਂ ਪਨੀਰ ਵਾਲੀ ਰੋਟੀ ਲੈ ਰਹੇ ਹੋ ਰਾਤ ਨੂੰ, ਪ੍ਰੋਟੀਨ ਇਨਟੇਕ ਵੀ ਪੂਰਾ ਹੋ ਗਿਆ, ਪ੍ਰੋਟੀਨ ਰਿਕੁਆਇਰਮੈਂਟ ਵੀ ਪੂਰੀ ਹੋ ਗਈ, ਤੁਹਾਡਾ ਜਿਹੜਾ ਹੰਗਰ ਪੈਂਗ ਸੀ ਉਹ ਵੀ ਨਹੀਂ ਤੁਹਾਡੇ ਹੋਣਗੇ, ਔਰ ਸਟੈਟੀ ਵਾਲੀ ਪੂਰੀ ਹੋ ਗਈ, ਔਰ weight loss ਵੀ ਮਿਲ ਗਿਆ। ਜੀ ਬਿਲਕੁਲ ਠੀਕ ਗੱਲ ਹੈ। ਤੁਸੀਂ ਅਕਸਰ ਵਿੱਚ ਜਿੱਦਾਂ ਗੱਲ ਕਰ ਰਹੇ ਹੋ ਫਾਈਬਰ ਦੀ, ਹੈ ਨਾ, ਫਾਈਬਰ ਰਿਚ ਫੂਡ ਜਾਂ ਫਾਈਬਰ ਜ਼ਰੂਰ ਲੈਣਾ ਚਾਹੀਦਾ ਹੈ। ਐਕਚੁਅਲੀ ਦੇ ਵਿੱਚ ਫਾਈਬਰ ਦਾ ਰੋਲ ਕੀ ਹੁੰਦਾ ਸਾਡੀ ਬੋਡੀ ਦੇ ਵਿੱਚ? ਜਿਹੜਾ ਫਾਈਬਰ ਹੈ ਬੇਸਿਕਲੀ ਉਹ ਸਾਡੀ ਜਿਹੜੀ ਸਟੂਲ ਹੈ ਨਾ, ਉਹਨੂੰ ਇੱਕ ਬਲਕ ਪ੍ਰੋਵਾਈਡ ਕਰਦਾ, ਠੀਕ ਹੈ। ਔਰ ਕੀ ਕਰਦਾ ਕਿ ਸਾਡੀ ਡਾਈਜੈਸ਼ਨ ਜਿਹੜੀ ਉਹ ਸਹੀ ਰੱਖਦਾ ਹੈ। ਹਾਂ, ਜਿੰਨਾ ਆਪਾਂ ਰਿਫਾਈਨਡ ਖਾਵਾਂਗੇ, ਜਿੰਨਾ ਮੈਦਾ ਖਾਵਾਂਗੇ, ਓਨਾ ਹੀ ਕੀ ਆ ਉਹ ਸਾਡੀ ਬੋਡੀ ਨੂੰ ਹਾਰਮਫੁਲ ਰਹਿੰਦਾ, ਠੀਕ ਹੈ। ਹੁਣ ਜਿਹੜਾ ਫਾਈਬਰ ਹੈ ਉਹ ਵੀ 2 ਤਰੀਕੇ ਦਾ ਹੈਗਾ, ਇੱਕ ਸੋਲਿਬਲ ਫਾਈਬਰ ਹੈਗਾ, ਇੱਕ ਇਨਸੋਲਿਬਲ ਫਾਈਬਰ ਹੈਗਾ। ਜਿਹੜਾ ਸੋਲਿਬਲ ਫਾਈਬਰ ਹੈਗਾ ਉਹ ਵਾਟਰ ਐਬਜ਼ੌਰਬ ਕਰ ਲੈਂਦਾ ਹੈਗਾ, ਔਰ ਸਾਡੇ ਡਾਈਜੈਸ਼ਨ ਨੂੰ ਉਹ ਇੰਪਰੂਵ ਕਰਦਾ ਹੈਗਾ।
ਸਾਡੇ ਲਾਈਕ ਜਿਹੜਾ ਸਾਡਾ ਕੋਲੇਸਟ੍ਰੋਲ ਹੈਗਾ, ਜਿਹੜਾ ਗੰਦੇ ਵਾਲਾ ਕੋਲੇਸਟ੍ਰੋਲ LDL ਉਹਨੂੰ ਲੋ ਕਰਦਾ ਹੈ ਜੀ। ਤੇ ਅਗਰ ਮੈਂ ਗੱਲ ਕਰਾਂ ਕਿ ਇਨਸੋਲੂਬਲ ਫਾਈਬਰ ਦੀ, ਉਹ ਹੋ ਗਿਆ ਜਿਵੇਂ ਜਿਹੜਾ ਵਾਟਰ ਐਬਜ਼ੌਰਬ ਨਹੀਂ ਕਰਦਾ, ਸਿਰਫ ਸਟੂਲ ਨੂੰ ਬਲਕ ਪ੍ਰੋਵਾਈਡ ਕਰਦਾ, ਸਾਨੂੰ ਕਬਜ਼ ਤੋਂ ਦੂਰ ਰੱਖਦਾ ਹੈਗਾ। ਜਿਹੜੇ ਸੋਰਸਿਸ ਨੇ ਫਾਈਬਰ ਦੇ, ਹਰ ਚੀਜ਼ 'ਚ ਫਾਈਬਰ ਹੁੰਦਾ ਹੈ, ਜਿਵੇਂ ਆਪਾਂ ਹੋਲ ਗ੍ਰੇਨ ਲੈ ਲਈਏ, ਆਟਾ ਲੈ ਲਈਏ ਆਪਣਾ, ਹੋਲ ਪਲਸਿਸ ਲੈ ਲਈਏ, ਜਿਹੜੀਆਂ ਛਿਲਕੇ ਵਾਲੀਆਂ ਦਾਲਾਂ ਹੋ ਗਈਆਂ ਆਪਣੀਆਂ, ਦੈਨ ਆਪਣਾ ਫਰੂਟ ਹੋ ਗਿਆ, ਵੈਜੀਟੇਬਲਸ ਹੋ ਗਏ ਆਪਣੇ, ਫਿਰ ਆਪਣਾ ਓਟਸ ਹੋ ਗਏ, ਦੈਨ ਵੀਟ ਬ੍ਰੈਨ ਹੋ ਗਿਆ, ਇਹ ਸਾਰਾ ਕੀ ਹੈ, ਫਾਈਬਰ ਹੀ ਹੈ। ਠੀਕ ਹੈ, ਜਿਹੜਾ ਆਪਾਂ ਫਰੂਟ ਦੇ ਨਾਲ ਜਿਹੜਾ ਛਿਲਕਾ ਹੁੰਦਾ, ਅਗਰ ਆਪਾਂ ਵਿਦ ਛਿਲਕਾ ਲਈਏ, ਜਿੱਦਾਂ ਐਪਲ ਹੋ ਗਿਆ, ਇਹ ਸਾਰਾ ਫਾਈਬਰ ਹੈ ਜੀ। ਠੀਕ ਹੈ, ਔਰ ਇਹ ਕੀ ਹੈ, ਸਾਡਾ ਜਿਹੜਾ ਖਾਣਾ ਪਚਾਉਣ 'ਚ ਹੈਲਪ ਕਰਦਾ। ਠੀਕ ਹੈ, ਇੱਕ ਸਾਨੂੰ ਜਿਹੜੀ ਹੰਗਰ ਫੀਲਿੰਗ ਹੈ ਉਹ ਨਹੀਂ ਆਉਣ ਦਿੰਦਾ। ਹੁਣ ਤੁਸੀਂ ਅਗਰ ਦੇਖਿਆ ਜਾਵੇ, ਅਗਰ ਸਵੇਰੇ ਤੁਸੀਂ ਇੱਕ ਐਪਲ ਖਾਧਾ ਹੈ, ਨਾਲ ਤੁਸੀਂ ਸਟਫ ਰੋਟੀ ਖਾਧੀ ਹੈ, ਤੁਹਾਨੂੰ ਭੁੱਖ ਜਿਹੜੀ ਹੈ ਥੋੜੀ ਦੇਰ ਬਾਅਦ ਲੱਗੇਗੀ, 3 ਤੋਂ 4 ਘੰਟੇ ਬਾਅਦ ਲੱਗੇਗੀ। ਅਗਰ ਉਹੀ ਮੈਂ ਸਵੇਰੇ ਮੈਦੇ ਵਾਲਾ ਕੋਈ ਚੀਜ਼ ਖਾ ਲਈ ਹੈ, ਜਿਵੇਂ ਆਪਾਂ ਮੈਰਿਜਸ ਵਿੱਚ ਜਾਂਦੇ ਹਾਂ, ਕੋਈ ਬਟਰ ਨਾਨ ਖਾ ਲਿਆ ਜਾਂ ਆਪਾਂ ਨੋਰਮਲ ਨਾਨ ਖਾ ਲਿਆ, ਪੀਜ਼ਾ ਵੀ ਖਾ ਲਿਆ, ਔਰ 1 ਘੰਟੇ ਬਾਅਦ ਸਾਨੂੰ ਉਸ ਟਾਈਮ ਤਾਂ ਲੱਗਦਾ ਕਿ ਫੀਲਿੰਗ ਹੋ ਗਈ ਬਹੁਤ ਜ਼ਿਆਦਾ, ਉੱਪਰ ਤੱਕ ਆ ਜਾਂਦਾ, ਪਰ ਉਸ ਤੋਂ ਬਾਅਦ 1 ਘੰਟੇ ਬਾਅਦ ਹੀ ਭੁੱਖ ਲੱਗ ਜਾਂਦੀ। ਕਿਉਂ? ਬਿਲਕੁਲ ਠੀਕ ਗੱਲ। ਉਹ ਕਿਉਂਕਿ ਮੈਦਾ ਜਿਹੜਾ ਹੈਗਾ ਉਹ ਬਹੁਤ ਜਲਦੀ ਡਾਈਜੈਸਟ ਹੋ ਜਾਂਦਾ, ਪਰ ਉਹ ਤੁਹਾਨੂੰ ਹਾਨੀਕਾਰਕ ਤੁਹਾਡੀ ਜਿਹੜੀਆਂ ਨਾੜੀਆਂ 'ਚ ਉਹ ਪ੍ਰੋਬਲਮ ਕ੍ਰੀਏਟ ਕਰਦਾ। ਠੀਕ ਹੈ ਨਾ, ਅਗਰ ਆਪਾਂ ਇੰਟੈਸਟਾਈਨ ਦੇਖੀਏ ਤਾਂ ਉਹਦਾ ਸਾਈਜ਼ ਬਹੁਤ ਛੋਟਾ ਹੁੰਦਾ ਨਾੜੀਆਂ ਦਾ ਨਾ। ਜਿਹੜੀ ਚੀਜ਼ ਅਗਰ ਆਪਾਂ ਪੀਜ਼ਾ ਖਾਂਦੇ ਹਾਂ, ਜਿਹੜਾ ਚੀਜ਼ ਬਾਹਰ ਹੀ ਨਹੀਂ ਮੈਲਟ ਹੋ ਰਿਹਾ, ਤੁਸੀਂ ਸੋਚੋ ਬੋਡੀ ਨੇ ਕਿੱਦਾਂ ਉਹ ਐਬਜ਼ੌਰਬ ਕਰਨਾ ਹੈ। ਜੀ, ਜਿਹੜੀ ਚੀਜ਼ ਬਾਹਰ ਹੀ ਨਹੀਂ ਮੈਲਟ ਹੋ ਰਹੀ, ਉਹਨੇ ਬੋਡੀ ਨੇ ਕਿਵੇਂ ਐਬਜ਼ੌਰਬ ਕਰਨਾ ਹੈ। ਜਿਵੇਂ ਇੱਕ ਫੁਲਕੇ ਨੂੰ ਪਾਣੀ ਵਿੱਚ ਡਿਪ ਕਰਕੇ ਰੱਖ ਲਓ, ਔਰ ਇੱਕ ਪਰਾਂਠੇ ਨੂੰ ਪਾਣੀ 'ਚ ਡਿਪ ਕਰਕੇ ਰੱਖ ਲਓ, ਔਰ ਇੱਕ ਪੀਜ਼ਾ ਨੂੰ ਪਾਣੀ 'ਚ ਡਿਪ ਕਰਕੇ ਰੱਖ ਲਓ। ਜਿਹੜਾ ਜਲਦੀ ਘੁਲੇਗਾ ਨਾ ਪਾਣੀ ਵਿੱਚ, ਮਤਲਬ ਬੋਡੀ 'ਚ ਵੀ ਜਲਦੀ ਐਬਜ਼ੌਰਬ ਹੋਏਗਾ ਔਰ ਤੁਹਾਨੂੰ ਹਾਨੀ ਨਹੀਂ ਦੇਗਾ। ਜੀ ਜੀ, ਠੀਕ ਹੈ ਨਾ। ਮਨਦੀਪ ਜੀ, ਤੁਸੀਂ ਬਹੁਤ ਵਧੀਆ ਗੱਲਾਂ ਸਾਨੂੰ ਦਰਸ਼ਕਾਂ ਨੂੰ ਦੱਸ ਰਹੇ ਹੋ। ਤੁਸੀਂ ਸਟੂਡੀਓ ਦੇ ਵਿੱਚ ਆਏ, ਤੁਸੀਂ ਟਾਈਮ ਕੱਢਿਆ, ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।